ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵਹੁ, ਬੇਖਮ ਨਦੀ ਜਾਏ ਤਰਨੀ। ਬੇਸ਼ੁਮਾਰ ਅਥਾਹ ਅਗਨਤ ਅਤੁਲ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪ੍ਰਭਾਤੀ ਮਹੱਲਾ ਪਹਿਲਾ। ਆਵਤ ਕਿਨੈ ਨਾ ਰਾਖਿਆ, ਜਾਵਤ ਕਿਉ ਰਾਖਿਆ ਜਾਏ। ਜਿਸ ਤੇ ਹੋਆ ਸੋਈ ਪਰ ਜਾਣੈ, ਜਾਸ ਉਸ ਹੀ ਮਾਹੇ ਸਮਾਏ। ਤੂੰ ਹੈ ਵਾਹੋ ਤੇਰੀ ਰਜਾਏ, ਜੋ ਕਿਛ ਕਰਹਿ ਸੋਈ ਪਰ ਹੋਏ ਬਾ। ਅਵਰ ਨਾ ਕਰਨਾ ਜਾਏ। ਰਹਾਉ। ਪ੍ਰਭਾਤੀ ਮਹੱਲਾ ਪਹਿਲਾ। ਆਵਤ ਕਿਨੈ ਨਾ ਰਾਖਿਆ, ਜਾਵਤ ਕਿਉ ਰਾਖਿਆ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਪਾਵਨ ਦਸ ਗੁਰੂ ਸਰੂਪ ਧਾਰਨ ਕਰਕੇ ਸਾਡੇ ਤੇ ਮਹਾਨ ਪਰਉਪਕਾਰ ਕੀਤੇ। ਸਭ ਤੋਂ ਵੱਡਾ ਪਰਉਪਕਾਰ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦਾ ਖਜ਼ਾਨਾ, ਰਤਨਾ ਰਤਨ ਪਦਾਰਥ, ਬਹੁ ਸਾਗਰ ਭਰਿਆ ਰਾਮ। ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜ੍ਹਿਆ ਰਾਮ ਸਾਡੀ ਝੋਲੀ ਵਿੱਚ ਪਾ ਗਏ ਹਨ। ਆਪ ਸੰਗਤਾਂ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਪ੍ਰਭਾਤੀ ਰਾਗ ਦੀ ਅੰਦਰ ਹੈ। ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰੀ ਆਕਾਰ ਜੋਤ ਜਗ ਮੰਡਲ ਕਰਿਓ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਤ ਸ਼ਬਦਾਂ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਅੱਗੇ 8ਵੇਂ ਸ਼ਬਦ ਦੀ ਵਿਚਾਰ ਆਰੰਭ ਹੋ ਰਹੀ ਹੈ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਗਰੀਬ ਨਿਵਾਜ ਸਤਿਗੁਰੂ ਜੀ ਉਹਦੀ ਸਿਫਤੋ ਸਾਲਾ, ਉਸ ਦੀ ਪਾਵਨ ਮਹਿਮਾ ਵਡਿਆਈ ਉਚਾਰਨ ਕਰਦੇ ਹਨ। ਤੂੰ ਹੈ ਵਾਹੋ ਤੇਰੀ ਰਜਾਏ, ਜੋ ਕੁਛ ਕਰਹਿ ਸੋਈ ਪਰ ਹੋਏ ਬਾ। ਅਵਰ ਨ ਕਰਨਾ ਜਾਏ। ਰਹਾਉ। ਹੇ ਵਾਹਿਗੁਰੂ ਜੀ, ਤੂੰ ਹੈ ਵਾਹੋ, ਤੁਸੀਂ ਬੜੇ ਅਚਰਜ ਰੂਪ ਹੋ। ਤੇਰੀ ਰਜਾਏ, ਤੇਰੀ ਰਜ਼ਾ ਦੇ ਵਿੱਚ ਸਭ ਕੁਝ ਹੋ ਰਿਹਾ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ, ਤਾਂ ਹਉਮੈ ਕਹਿ ਨਾ ਕੋਏ। ਜੋ ਕੁਛ ਕਰੈ ਸੋਈ ਪਰ ਹੋਏ ਬਾ। हे ਵਾਹਿਗੁਰੂ ਜੀ, ਤੁਸੀਂ ਜੋ ਵੀ ਕੁਛ ਕਰਦੇ ਹੋ
ਉਹੀ ਪਰ ਵਿਸ਼ੇਸ਼ ਕਰਕੇ ਹੁੰਦਾ ਹੈ, ਹੋਇਆ ਸੀ, ਹੋ ਰਿਹਾ ਹੈ ਅਤੇ ਹੋਵੇਗਾ। ਅਵਰ ਨਾ ਕਰਨਾ ਜਾਏ, ਤੇਰੀ ਰਜ਼ਾ ਤੋਂ, ਤੇਰੇ ਭਾਣੇ ਤੋਂ ਬਾਹਰ ਹੋਰ ਕੁਝ ਵੀ ਕੀਤਾ ਨਹੀਂ ਜਾ ਸਕਦਾ। ਇਸ ਵਾਸਤੇ ਹੇ ਵਾਹਿਗੁਰੂ ਤੂੰ ਧੰਨ ਹੈ, ਤੇਰੀ ਰਜ਼ਾ ਮਹਾਨ ਹੈ। ਜੋ ਵੀ ਕੁਛ ਹੁੰਦਾ ਹੈ ਤੇਰੇ ਪਾਣੀ ਵਿੱਚ ਹੋ ਰਿਹਾ ਹੈ, ਅਤੇ ਸਾਨੂੰ ਵੀ ਆਪਣੇ ਪਾਣੀ ਵਿੱਚ ਰੱਖ। ਹੁਣ ਆਰੰਭ ਤੋਂ ਗਰੀਬਾਂ ਵਾਸ ਸਤਿਗੁਰੂ ਜੀ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪ੍ਰਭਾਤੀ ਮਹੱਲਾ ਪਹਿਲਾ। ਆਵਤ ਕਿਨੈ ਨਾ ਰਾਖਿਆ, ਜਾਵਤ ਕਿਉ ਰਾਖਿਆ ਜਾਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪ੍ਰਭਾਤੀ ਰਾਗ ਦੇ ਵਿੱਚ ਇਹ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਵਤ ਕਿਨੈ ਨਾ ਰਾਖਿਆ। ਕੋਈ ਵੀ ਮਨੁੱਖ ਜਦੋਂ ਸੰਸਾਰ ਵਿੱਚ ਆਉਂਦਾ ਹੈ, ਮਾਤਾ ਦੀ ਗਰਭ ਰਾਹੀਂ ਜਨਮ ਲੈਂਦਾ ਹੈ। ਆਉਂਦੇ ਹੋਏ ਨੂੰ ਕੋਈ ਰੋਕ ਕੇ ਰੱਖ ਨਹੀਂ ਸਕਿਆ ਅਤੇ ਨਾ ਹੀ ਕੋਈ ਰੱਖ ਸਕਦਾ ਹੈ। ਜਦੋਂ ਕਿਸੇ ਬੱਚੇ ਦਾ ਜਨਮ ਹੁੰਦਾ ਹੈ, ਜਦੋਂ ਹੋਣਾ ਹੈ ਉਦੋਂ ਹੋ ਕੇ ਰਹਿੰਦਾ। ਜੇ ਆਪਾਂ ਆਉਂਦੇ ਹੋਏ ਜੀਵ ਨੂੰ ਰੋਕ ਕੇ ਨਹੀਂ ਰੱਖ ਸਕਦੇ, ਜਾਵਤ ਕਿਉਂ ਰੱਖਿਆ ਜਾਏ। ਫਿਰ ਜਾਣ ਦੇ ਸਮੇਂ ਆਪਾਂ ਕਿਸੇ ਨੂੰ ਰੋਕ ਕੇ ਕਿਵੇਂ ਰੱਖ ਸਕਦੇ ਹਾਂ। ਇਹਦਾ ਮਤਲਬ ਇਹ ਹੈ, ਜੰਮਣ ਮਰਨਾ ਹੁਕਮ ਹੈ, ਭਾਣੇ ਆਵੈ ਜਾਏ। ਜੰਮਣਾ ਅਤੇ ਮਰਨਾ ਇਹ ਵੀ ਹੁਕਮ ਦੇ ਵਿੱਚ ਹੋ ਰਿਹਾ ਹੈ। ਆਉਣਾ ਅਤੇ ਜਾਣਾ ਇਹ ਵੀ ਵਾਹਿਗੁਰੂ ਦੇ ਹੁਕਮ ਦੀ ਖੇਡ ਹੈ। ਨਾ ਅਸੀਂ ਆਉਂਦੇ ਨੂੰ ਕਿਸੇ ਨੂੰ ਰੱਖ ਸਕਦੇ ਹਾਂ ਅਤੇ ਨਾ ਹੀ ਜਾਣ ਵੇਲੇ ਅਸੀਂ ਕਿਸੇ ਨੂੰ ਰੋਕ ਕੇ ਰੱਖ ਸਕਦੇ ਹਾਂ। ਜਿਸ ਤੇ ਹੋਆ ਸੋਈ ਪਰ ਜਾਣੈ, ਜਾ ਉਸ ਹੀ ਮਾਹੇ ਸਮਾਏ। ਗਰੀਬਨ ਵਾਸ ਸਤਿਗੁਰੂ ਜੀ ਫਰਮਾਉਂਦੇ ਨੇ, ਇਹ ਜੀਵ ਪੈਦਾ ਕਿੱਥੋਂ ਹੋਇਆ। ਹਾਜ਼ੂਰ ਕਹਿੰਦੇ ਨੇ, ਅਕਾਲ ਪੁਰਖ ਵਾਹਿਗੁਰੂ ਪਰਮ ਪਿਤਾ ਹੈ। ਹਰ ਆਪੇ ਮਾਤਾ ਆਪੇ ਪਿਤਾ, ਜਨ ਜੀਉ ਪਾਏ ਜਗਤ ਦਿਖਾਇਆ। ਜਿਸ ਵਾਹਿਗੁਰੂ ਤੋਂ ਇਹ ਜੀਵ ਪੈਦਾ ਹੋਇਆ ਹੈ, ਕਿਵੇਂ ਪੈਦਾ ਹੋਇਆ ਹੈ, ਉਸ ਨੂੰ ਪਰ ਵਿਸ਼ੇਸ਼ ਕਰਕੇ ਵਾਹਿਗੁਰੂ ਪਰਮੇਸ਼ਰ ਹੀ ਜਾਣਦਾ ਹੈ। ਜਾਂ ਉਸੇ ਹੀ ਮਾਹੀ ਸਮਾਏ। ਫਿਰ ਜੀਵ ਜਾਂਦਾ ਕਿੱਥੇ ਹੈ। ਹਾਜ਼ੂਰ ਕਹਿੰਦੇ ਉਸੇ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਜਾ ਕੇ ਫਿਰ ਸਮਾ ਜਾਂਦਾ ਹੈ। ਜੀਵ ਕਿੱਥੋਂ ਆਉਂਦਾ ਹੈ, ਕਿੱਥੋਂ ਉਪਜੈ, ਕਹਿ ਰਹਿ ਕਹਿ ਮਾਈ ਸਮਾਵੈ। ਜੀਵ ਜੰਤ ਸਭ ਖਸਮ ਕੇ, ਕੌਣ ਕੀਮਤ ਪਾਵੇ। ਇਹਦੇ ਬਾਰੇ ਵਾਹਿਗੁਰੂ ਪਰਮੇਸ਼ਰ ਹੀ ਸਭ ਕੁਝ ਜਾਣ ਸਕਦਾ ਹੈ। ਉਸ ਤੋਂ ਬਿਨਾਂ ਹੋਰ ਕੋਈ ਕੁਝ ਵੀ ਨਹੀਂ ਜਾਣ ਸਕਦਾ। ਤੂੰ ਹੈ ਵਾਹੋ ਤੇਰੀ ਰਜਾਏ। ਹੇ ਵਾਹਿਗੁਰੂ ਤੂੰ ਅਸਚਰਜ ਰੂਪ ਹੈ, ਤੂੰ ਧਨ ਹੈ, ਤੂੰ ਸਲਾਹੁਣ ਯੋਗ ਹੈ, ਤੂੰ ਕਾਬਲੇ ਤਾਰੀਫ ਹੈ। ਤੇਰੀ ਰਜਾਏ ਸਭ ਤੇਰੀ ਰਜਾ ਦੇ ਵਿੱਚ ਹੀ ਚੱਲ ਰਹੇ ਨੇ। ਪੈ ਵਿੱਚ ਪਵਨ ਵਹਿ ਸਦਵਾਓ, ਪੈ ਵਿੱਚ ਚੱਲਹਿ ਲਖ ਦਰਿਆਓ। ਪੈ ਵਿੱਚ ਅਗਨ ਕੱਢੈ ਵਿਗਾਰ, ਪੈ ਵਿੱਚ ਧਰਤੀ ਦੱਬੀ ਪਾਰ। ਹਾਜ਼ੂਰ ਫਰਮਾਉਂਦੇ ਨੇ, ਹੇ ਵਾਹਿਗੁਰੂ ਤੂੰ ਧਨ ਹੈ, ਸਭ ਤੇਰੀ ਰਜ਼ਾ ਦੇ ਵਿੱਚ ਹੀ ਸਭ ਕੁਝ ਹੋ ਰਿਹਾ ਹੈ। ਜੋ ਕਿਛ ਕਰਹਿ ਸੋਈ ਪਰ ਹੋਏ ਬਾ, ਅਵਰ ਨਾ ਕਰਨਾ ਜਾਏ। ਹੇ ਵਾਹਿਗੁਰੂ ਤੂੰ ਆਪਣੇ ਭਾਣੇ ਦਾ ਮਾਲਕ ਹੈ ਅਤੇ ਸਰਬ ਕਲਾ ਸਮਰੱਥ ਵੀ ਹੈ। ਜੋ ਕੁਛ ਤੂੰ ਕਰਦਾ ਹੈ ਉਹੀ ਹੁੰਦਾ ਹੈ, ਉਹੀ ਹੋਇਆ, ਉਹੀ ਹੋ ਰਿਹਾ ਅਤੇ ਉਹੀ ਹੋਵੇਗਾ। ਅਵਰ ਨਾ ਕਰਨਾ ਜਾਏ। ਤੇਰੀ ਰਜ਼ਾ ਤੋਂ ਬਿਨਾਂ
ਕਿਸੇ ਪਾਸੋਂ ਹੋਰ ਕੁਝ ਵੀ ਕੀਤਾ ਨਹੀਂ ਜਾ ਸਕਦਾ। रहाओ जैसे हर हट की माला टिंड लगत है एक सखणी होर फेर भरियत ਹੁਣ है। ਵਿਸਰਾਮ ਦੇ ਕੇ ਗਰੀਬਨ ਵਾਜ ਸਤਿਗੁਰੂ ਜੀ ਜੀਵ ਕਿਵੇਂ ਸੰਸਾਰ ਵਿੱਚ ਆਉਂਦੇ ਨੇ ਤੇ ਕਿਵੇਂ ਜਾਂਦੇ ਨੇ, ਇੱਕ ਬੜੀ ਸੋਹਣੀ ਉਦਾਹਰਣ ਦੇ ਕੇ ਸਮਝਾਉਣ ਲੱਗੇ ਨੇ। ਪੁਰਾਣੇ ਸਮੇਂ ਦੇ ਵਿੱਚ ਹਾਲਟ ਹੋਇਆ ਕਰਦੇ ਸਨ, ਖਾਸ ਕਰਕੇ ਜ਼ਿਮੀਂਦਾਰ ਲੋਕ ਆਪਣੇ ਖੇਤਾਂ ਦੇ ਵਿੱਚ ਖੂਹ ਲਾਉਂਦੇ ਸਨ। ਫਿਰ ਉਸ ਖੂਹ ਦੇ ਉੱਤੇ ਮਾਲ ਚੜਾਉਂਦੇ ਸਨ। ਖੂਹ ਦਾ ਪਾਣੀ ਟਿੰਡਾ ਰਾਹੀਂ ਬਾਹਰ ਕੱਢ ਕੇ ਆਪਣੇ ਖੇਤ ਸਿੰਜਦੇ ਸਨ। ਜਿਹੜੀ ਹਲਟ ਦੀ ਮਾਲ ਹੁੰਦੀ ਸੀ, ਇੱਕ ਪਾਸਿਓਂ ਭਰੀਆਂ ਟਿੰਡਾਂ ਪਾਣੀ ਦੀਆਂ ਉੱਪਰ ਆਉਂਦੀਆਂ ਸਨ ਤੇ ਫਿਰ ਦੂਜੇ ਪਾਸੇ ਖਾਲੀ ਹੋ ਕੇ ਹੇਠਾਂ ਨੂੰ ਚਲੀਆਂ ਜਾਂਦੀਆਂ ਸਨ। ਹਜ਼ੂਰ ਉਹ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਨੇ, ਜੈਸੇ ਹਰਹਟ ਕੀ ਮਾਲਾ ਟਿੰਡ ਲਗਤ ਹੈ। ਜਿਵੇਂ ਉਸ ਹਲਟ ਦੀ ਮਾਲਾ ਦਾ ਅਰਥ ਹੈ ਮਾਲ ਨੂੰ ਟਿੰਡਾਂ ਲੱਗੀਆਂ ਹੁੰਦੀਆਂ ਸਨ, ਉਹਨਾਂ ਨੂੰ ਬੰਨ੍ਹਿਆ ਹੁੰਦਾ ਸੀ ਤੇ ਉਹਨਾਂ ਨੂੰ ਫਿਕਸ ਕੀਤਾ ਜਾਂਦਾ ਸੀ। ਇੱਕ ਸਖਣੀ ਇੱਕ ਹੋਰ ਭਰੀਅਤ ਹੈ, ਇੱਕ ਖਾਲੀ ਹੋ ਕੇ ਹੇਠਾਂ ਨੂੰ ਜਾਂਦੀਆਂ ਸਨ, ਹੋਰ ਫੇਰ ਭਰੀਅਤ ਹੈ, ਫਿਰ ਦੁਬਾਰਾ ਮੁੜ ਕੇ ਹੋਰ ਨਵੀਆਂ ਟਿੰਡਾਂ ਭਰੀਆਂ ਹੋਈਆਂ ਫਿਰ ਉੱਪਰ ਨੂੰ ਆਉਂਦੀਆਂ ਸਨ। ਭਰੀਆਂ ਟਿੰਡਾਂ ਉੱਪਰ ਨੂੰ ਆਉਂਦੀਆਂ ਸਨ ਤੇ ਖਾਲੀ ਹੋ ਕੇ ਹੇਠਾਂ ਨੂੰ ਚਲੀਆਂ ਜਾਂਦੀਆਂ ਸਨ। तैसो ही एहो खेल खसम का ज्यों उसकी वडियाई। ਗਰੀਬਨ ਵਾਜ ਸਤਿਗੁਰੂ ਜੀ ਕਹਿੰਦੇ ਨੇ, ਇਸੇ ਤਰ੍ਹਾਂ ਹੀ ਇਹ ਜਿਹੜਾ ਸੰਸਾਰ ਦਾ ਖੇਲ ਤਮਾਸ਼ਾ ਇਹ ਉਸ ਮਾਲਕ ਵਾਹਿਗੁਰੂ ਦਾ ਇਸੇ ਤਰ੍ਹਾਂ ਬਣਾਇਆ ਹੋਇਆ। ਆਵਨ ਜਾਵਨ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਆਉਣਾ ਤੇ ਜਾਣਾ ਇਹ ਖੇਲ ਕੌਤਕ ਹੈ, ਇਹ ਇੱਕ ਤਮਾਸ਼ਾ ਹੈ। ਇੱਕ ਪਾਸੇ ਜੀਵ ਵਾਸ਼ਨਾ ਦੇ ਭਰੇ ਆਉਂਦੇ ਨੇ, ਦੂਜੇ ਪਾਸੇ ਅਧੂਰੀਆਂ ਆਸਾਂ ਨੂੰ ਲੈ ਕੇ ਚਲੇ ਜਾਂਦੇ ਨੇ। ਪਰ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਕੋਈ ਮਨੁੱਖ ਇਹ ਨਹੀਂ ਕਹਿ ਸਕਦਾ ਬਈ ਮੈਂ ਹੁਣ ਰੱਜ ਗਿਆ ਹਾਂ, ਮੇਰੇ ਅੰਦਰ ਕੋਈ ਇੱਛਾ ਨਹੀਂ ਰਹੀ। ਇੱਛਾ ਦੇ ਭਰੇ ਆਉਂਦੇ ਨੇ ਤੇ ਆਪਣੀਆਂ ਇੱਛਾਵਾਂ ਨੂੰ ਅਧੂਰੀਆਂ ਲੈ ਕੇ ਚਲੇ ਜਾਂਦੇ ਨੇ। ਕਿਨਹੀ ਨਾ ਕੀਏ ਕਾਜ ਮਾਇਆ ਪੂਰੇ। ਹਜ਼ੂਰ ਕਹਿੰਦੇ, ਇਸੇ ਤਰ੍ਹਾਂ ਜਿਹੜੇ ਜੀਵ ਨੇ ਹਲਟ ਦੀਆਂ ਟਿੰਡਾਂ ਵਾਂਗ ਵਾਸ਼ਨਾ ਦੇ ਬੱਧੇ ਆਉਂਦੇ ਨੇ ਤੇ ਵਾਸ਼ਨਾ ਦੇ ਬੱਧੇ ਚਲੇ ਜਾਂਦੇ ਨੇ। ਜਿਉਂ ਉਸ ਕੀ ਵਡਿਆਈ, ਜਿਵੇਂ ਉਸ ਮਾਲਕ ਦੀ ਵਡਿਆਈ ਦਾ ਅਰਥ ਹੈ ਮੌਜ ਹੈ, ਜਿਵੇਂ ਉਹਦੀ ਰਜ਼ਾ ਹੈ, ਜਿਵੇਂ ਉਹਦੀ ਇੱਛਾ ਹੈ, ਉਹਦੇ ਅਨੁਸਾਰ ਹੀ ਇਹ ਸਾਰਾ ਖੇਲ ਹੋ ਰਿਹਾ ਹੈ। ਸੁਰਤੀ ਕੈ ਮਾਰਗ ਚੱਲ ਕੈ ਉਲਟੀ ਨਦਰ ਪ੍ਰਗਾਸੀ। ਗਰੀਬਨ ਵਾਜ ਸਤਿਗੁਰੂ ਜੀ ਕਿਸੇ ਬ੍ਰਹਮ ਗਿਆਨੀ, ਆਪਣੇ ਆਪ ਨੂੰ ਕੋਈ ਸਦਵਾਉਣ ਵਾਲਾ ਅਧਿਕਾਰੀ ਹੈ, ਉਹਨੂੰ ਸੰਬੋਧਨ ਕਰਕੇ ਕਹਿੰਦੇ ਨੇ, ਮਨ ਵਿਚਾਰ ਦੇਖ ਬ੍ਰਹਮ ਗਿਆਨੀ। ਇਹ ਬ੍ਰਹਮ ਗਿਆਨੀ ਅਖਵਾਉਣ ਵਾਲਿਆ ਸੁਣ, ਸੁਰਤੀ ਕਾ ਮਾਰਗ ਚੱਲ ਕੇ। ਜਿਹੜੇ ਗੁਰਮੁਖ ਬੰਦੇ ਸੁਰਤ ਸ਼ਬਦ ਦੇ ਮਾਰਗ 'ਤੇ ਚੱਲਦੇ ਨੇ, ਸੁਰਤ ਸ਼ਬਦ ਦਾ ਅਭਿਆਸ ਕਰਦੇ ਨੇ, ਉਲਟੀ ਨਜ਼ਰ ਪ੍ਰਗਾਸੀ, ਫਿਰ ਉਹਨਾਂ ਦੀ ਦ੍ਰਿਸ਼ਟੀ, ਉਲਟੀ ਦਾ ਅਰਥ ਹੈ ਪਲਟ ਜਾਂਦੀ ਹੈ, ਬਦਲ ਜਾਂਦੀ ਹੈ, ਸੰਸਾਰਾਕਾਰ ਤੋਂ ਬ੍ਰਹਮਾਕਾਰ ਹੋ ਜਾਂਦੀ ਹੈ, ਅਨਾਤਮਾਕਾਰ ਤੋਂ ਆਤਮਾਕਾਰ ਹੋ ਜਾਂਦੀ ਹੈ। ਵਿਸ਼ੇ ਵਿਸ਼ੈਨੀ ਦ੍ਰਿਸ਼ਟੀ, ਆਤਮ ਦ੍ਰਿਸ਼ਟੀ ਪ੍ਰਗਟ ਹੋ ਜਾਂਦੀ ਹੈ। ਜਿਹੜੇ ਸੁਰਤ ਦੇ ਮਾਰਗ 'ਤੇ ਚੱਲਦੇ ਨੇ ਤੇ ਉਹਨਾਂ ਦੇ ਅੰਦਰ ਇਹ ਨਿਗਾਹ ਬਦਲ ਜਾਂਦੀ ਹੈ ਤੇ ਚੰਗੀ ਜਿਹੜੀ ਆਤਮ ਵਿਸ਼ੈਨੀ ਬ੍ਰਹਮ ਦ੍ਰਿਸ਼ਟੀ, ਦਿਵ ਦ੍ਰਿਸ਼ਟੀ ਪ੍ਰਗਟ ਹੋ ਜਾਂਦੀ ਹੈ। ਮਨ ਵਿਚਾਰ ਦੇਖ ਬ੍ਰਹਮ ਗਿਆਨੀ ਕਉ
ਕੌਣ ਗਿਰਹੀ ਕੌਣ ਉਦਾਸੀ। ਤੂੰ ਬ੍ਰਹਮ ਗਿਆਨੀ ਬਣਿਆ ਫਿਰਦਾ ਹੈ। ਹਜ਼ੂਰ ਕਹਿੰਦੇ ਆਪਣੇ ਮਨ ਵਿੱਚ ਵਿਚਾਰ ਕਰਕੇ ਦੇਖ, ਕੌਣ ਗਿਰਹੀ ਕੌਣ ਉਦਾਸੀ। ਗ੍ਰਸਤੀ ਕੌਣ ਹੈ ਤੇ ਉਦਾਸੀ ਕੌਣ ਹੈ। ਇਸ ਪੰਕਤੀ ਤੋਂ ਇਹ ਮਾਲੂਮ ਹੁੰਦਾ ਹੈ ਜਿਹੜਾ ਸੱਜਣ ਜਿਗਿਆਸੂ ਅਧਿਕਾਰੀ ਹਜ਼ੂਰ ਦੇ ਪਾਸ ਆਇਆ ਹੈ ਉਹ ਆਪਣੇ ਆਪ ਨੂੰ ਬ੍ਰਹਮ ਗਿਆਨੀ ਸਦਵਾਉਂਦਾ ਸੀ, ਤੇ ਉਹਦੀ ਦ੍ਰਿਸ਼ਟੀ ਦੇ ਵਿੱਚ ਜਿਹੜੇ ਉਦਾਸੀ ਨੇ, ਬਿਹੰਗਮ ਨੇ, ਫਕੀਰ ਨੇ ਉਹ ਉੱਚੇ ਨੇ ਤੇ ਜਿਹੜੇ ਗ੍ਰਸਤੀ ਨੇ ਉਹ ਨੀਵੇਂ ਨੇ। ਪਰ ਗੁਰੂ ਮਹਾਰਾਜ ਉਹਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ, ਕੌਣ ਗਿਰਹੀ ਕੌਣ ਉਦਾਸੀ। ਗ੍ਰਸਤੀ ਕੌਣ ਹੈ ਤੇ ਉਦਾਸੀ ਕੌਣ ਹੈ। ਇਹ ਤੇ ਸਾਰੇ ਮਨ ਦੀ ਖੇਡ ਹੈ। ਜੇ ਹੁਣ ਆਦਮੀ ਘਰ-ਬਾਰ ਛੱਡ ਕੇ ਸਿੱਖੀ ਸੇਵਕੀ ਦੇ ਮੋਹ ਦੇ ਵਿੱਚ ਫਸ ਜਾਂਦਾ ਹੈ, ਫਿਰ ਉਹਦੇ ਤਿਆਗ ਦਾ ਵੀ ਕੋਈ ਲਾਭ ਨਹੀਂ ਹੈ। ਕਬੀਰ ਮਾਇਆ ਤਜਿ ਤੋ ਕਿਆ ਪਿਆ, ਜੋ ਮਾਨ ਤਜਿਆ ਨਹੀਂ ਜਾਏ। ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਏ। ਤੇ ਜੇ ਕੋਈ ਗ੍ਰਸਤੀ ਹੋ ਕੇ ਮੋਹ ਮਾਇਆ ਤੋਂ ਨਿਰਲੇਪ ਰਹਿ ਕੇ ਵਾਹਿਗੁਰੂ ਦੀ ਭਗਤੀ ਕਰਦਾ ਹੈ, ਸੁਰਤ ਸ਼ਬਦ ਦੀ ਕਮਾਈ ਕਰਕੇ ਵਾਹਿਗੁਰੂ ਨਾਲ ਜੁੜਦਾ ਹੈ, ਤੇ ਫਿਰ ਉਸ ਉਦਾਸੀ ਨਾਲੋਂ ਗ੍ਰਸਤੀ 100 ਗੁਣੇ ਚੰਗਾ ਹੈ। ਇਸੇ ਕਰਕੇ ਹਜ਼ੂਰ ਫਰਮਾਉਂਦੇ ਨੇ, ਬ੍ਰਹਮ ਗਿਆਨੀ ਤੂੰ ਆਪਣੇ ਮਨ ਵਿੱਚ ਵਿਚਾਰ ਕਰਕੇ ਦੇਖ ਵੀ ਗ੍ਰਸਤੀ ਕੌਣ ਹੁੰਦਾ ਤੇ ਉਦਾਸੀ ਕੌਣ ਹੁੰਦਾ। ਗ੍ਰਸਤੀ ਉਹ ਹੁੰਦਾ ਹੈ ਜਿਹੜਾ ਧੰਦਿਆਂ ਦੇ ਵਿੱਚ ਗਰਸਿਆ ਹੋਇਆ ਹੈ, ਤੇ ਉਦਾਸੀ ਉਹ ਹੈ ਜਿਹੜਾ ਧੰਦਿਆਂ ਵਿੱਚ ਰਹਿੰਦਾ ਹੋਇਆ ਮੋਹ ਮਾਇਆ ਤੋਂ ਨਿਰਲੇਪ ਹੋ ਜਾਂਦਾ ਹੈ। ਜਿਸ ਕੀ ਆਸਾ ਤਿਸ ਹੀ ਸੌਂਪ ਕੈ, ਇਹੋ ਰਹਿਆ ਨਿਰਵਾਣ। ਗਰੀਬਨਵਾਸ ਸਤਿਗੁਰੂ ਜੀ ਫਰਮਾਉਂਦੇ ਨੇ, ਜਿਹੜਾ ਗ੍ਰਸਤੀ ਗੁਰਸਿੱਖ ਹੈ ਜਿਸ ਦੀ ਇਹ ਆਸਾ ਲਾਈ ਹੋਈ ਹੈ, ਉਸੇ ਨੂੰ ਸੌਂਪ ਕੇ, ਇਹ ਜਿਹੜੀ ਆਸ ਹੈ ਵਾਹਿਗੁਰੂ ਨੇ ਲਾਈ ਹੈ ਨਾ, ਜੀਵ ਆਸਾ ਦਾ ਬੱਧਾ ਸੰਸਾਰ ਵਿੱਚ ਆਉਂਦਾ ਹੈ, ਤੇ ਫਿਰ ਇਹ ਆਸਾ ਉਸੇ ਨੂੰ ਸੌਂਪ ਕੇ ਇਹੋ ਰਿਹਾ ਨਿਰਮਾਣ। ਇਹ ਜਿਹੜਾ ਜੀਵ ਹੈ ਫਿਰ ਨਿਰਮਾਣ ਪਦ ਨੂੰ ਪ੍ਰਾਪਤ ਕਰਕੇ ਦੁਵੰਦਵਾਦ ਤੋਂ ਰਹਿਤ, ਦੁੱਖਾਂ ਤੋਂ ਰਹਿਤ ਆਨੰਦ ਵਿੱਚ ਟਿਕ ਜਾਂਦਾ ਹੈ। ਜਿਸ ਤੇ ਹੋਆ ਸੋਈ ਕਰ ਮਾਨਿਆ, ਨਾਨਕ ਗਿਰਹੀ ਉਦਾਸੀ ਸੋ ਪਰਵਾਣ। ਗਰੀਬਨਵਾਸ ਸਤਿਗੁਰੂ ਜੀ ਕਹਿੰਦੇ ਨੇ, ਜਿਸ ਵਾਹਿਗੁਰੂ ਤੋਂ ਜੀਵ ਪੈਦਾ ਹੋਇਆ ਹੈ ਸੋਈ ਕਰ ਮੰਨਿਆ। ਜਦੋਂ ਉਹਦਾ ਰੂਪ ਹੀ ਹੋ ਜਾਵੇ ਮੰਨਿਆ, ਫਿਰ ਮੰਨਣ ਯੋਗ ਹੋ ਜਾਂਦਾ ਹੈ, ਪੂਜਨ ਯੋਗ ਬਣ ਜਾਂਦਾ ਹੈ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣਹੁ ਮਾਨਸ ਦਿਹਾ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੀਂ। ਜਲ ਤੇ ਉਪਜਤ ਰੰਗ ਜਿਉ ਜਲ ਹੀ ਵਿਖੈ ਸਮਾਹੇ। ਹਜ਼ੂਰ ਫਰਮਾਉਂਦੇ ਨੇ, ਨਾਨਕ ਗਿਰਹੀ ਉਦਾਸੀ ਸੋ ਪ੍ਰਵਾਨ। ਉਹ ਚਾਹੇ ਗ੍ਰਹਿ ਗ੍ਰਸਤੀ ਹੈ ਤੇ ਚਾਹੇ ਕੋਈ ਉਦਾਸੀ ਬਿਹੰਗਮ ਹੈ। ਹਜ਼ੂਰ ਕਹਿੰਦੇ, ਜਿਸ ਤੋਂ ਪੈਦਾ ਹੋਇਆ ਜਿਹੜਾ ਉਹਦਾ ਰੂਪ ਹੋ ਜਾਂਦਾ ਹੈ, ਉਹੀ ਮੰਨਣ ਯੋਗ ਤੇ ਪੂਜਨ ਯੋਗ ਹੁੰਦਾ ਹੈ। ਤੇ ਉਹ ਚਾਹੇ ਗ੍ਰਸਤੀ ਹੋਵੇ ਚਾਹੇ ਉਦਾਸੀ ਸੰਨਿਆਸੀ ਹੋਵੇ, ਉਹ ਪਰਮੇਸ਼ਰ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦਾ ਹੈ। ਪ੍ਰਭਾਤੀ ਮਹੱਲਾ ਪਹਿਲਾ। ਦੇਸਟ ਵਿਕਾਰੀ ਬੰਧਨ ਬਾਂਧੈ, ਹਾਂ ਤਿਸ ਕੈ ਬਲ ਜਾਈ। ਹੁਣ ਸਤਿਗੁਰੂ ਦੇ ਚਰਨਾਂ ਵਿੱਚ ਕਿਸੇ ਜਿਗਿਆਸੂ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਜਨਮ ਮਰਨ ਤੋਂ ਛੁਟਕਾਰਾ ਕਿਵੇਂ ਪ੍ਰਾਪਤ ਹੋ ਸਕਦਾ ਹੈ, ਆਵਾਗਮਨ ਤੋਂ ਕਿਵੇਂ ਮੁਕਤ ਹੋਇਆ ਜਾ ਸਕਦਾ ਹੈ। ਤਾਂ ਗਰੀਬਨਵਾਸ ਸਤਿਗੁਰੂ ਜੀ ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਹਨ, ਬੋਲੋ ਸੱਚ ਨਾਮ ਕਰਤਾਰ, ਪੁਨ ਬਹੁ ਨਾ ਆਵਣ ਵਾਰ। ਰਹਾਉ ਗੁਰਮੁਖੋ ਉਸ ਕਰਤਾਰ ਸਿਰਜਣਹਾਰ ਪਰਮ ਪਿਤਾ ਪਰਮਾਤਮਾ ਦਾ ਸੱਚਾ ਨਾਮ ਉਚਾਰਨ ਕਰੋ। ਜਪਮਾਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ। ਨਿਤ ਧਿਆਈਐ ਹਰ ਪੁਰਖ ਨਿਰੰਜਨ। ਫਿਰ ਕੀ ਹੋਵੇਗਾ? ਫਿਰ ਬਹੁ ਨਾ ਆਵਣ ਵਾਰ, ਫਿਰ ਦੁਬਾਰਾ ਮੁੜ ਕੇ ਤੁਹਾਨੂੰ ਆਉਣ ਦੀ ਵਾਰੀ ਨਹੀਂ ਮਿਲੇਗੀ।
ਇਹਦਾ ਮਤਲਬ ਇਹ ਹੈ ਆਵਾਗਮਨ ਤੋਂ ਛੁਟਕਾਰਾ ਪ੍ਰਾਪਤ ਹੋ ਜਾਵੇਗਾ। ਨਾਮ ਜਪ ਕੇ ਆਵਾਗਮਨ ਮਿਟ ਜਾਂਦਾ ਹੈ। ਹੁਣ ਆਰੰਭ ਤੋਂ ਗਰੀਬਾਂ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਹਨ, ਗੁਰਮੁਖ ਦੀ ਅਵਸਥਾ ਅਤੇ ਮਨਮੁਖ ਦੀ ਅਵਸਥਾ ਦੇ ਵਿੱਚ ਕੀ ਅੰਤਰ ਹੁੰਦਾ, ਇਹਦੀ ਵਿਵੇਚਨਾ ਕਰਦੇ ਹਨ। ਦਿਸ਼ਟ ਵਿਕਾਰੀ ਬੰਧਨ ਬੰਦ ਹੈ। ਜਿਹੜਾ ਗੁਰਮੁਖ ਬੰਦਾ ਹੈ ਉਹ ਵਿਕਾਰਾਂ ਵਾਲੀ ਦ੍ਰਿਸ਼ਟੀ ਨੂੰ, ਬੰਧਨ ਦਾ ਅਰਥ ਹੈ ਗੁਰੂ ਦੀ ਦੱਸੀ ਹੋਈ ਮਰਜ਼ਾਦਾ, ਬਾਣੀ ਤੇ ਬਾਣੀ ਦੀ ਰਹਿਤ, ਦੇਖ ਪਰਾਈਆਂ ਚਈਆਂ ਮਾਵਾਂ ਭੈਣਾਂ ਧੀਆਂ ਜਾਣੇ, ਇਸ ਮਰਜ਼ਾਦਾ ਨੂੰ, ਮਰਜ਼ਾਦਾ ਦੇ ਬੰਧਨ ਦੇ ਵਿੱਚ ਵਿਕਾਰਾਂ ਵਾਲੀ ਦ੍ਰਿਸ਼ਟੀ ਨੂੰ ਜਿਹੜਾ ਬੰਨ੍ਹ ਲੈਂਦਾ ਹੈ, ਹਉ ਤਿਸ ਕਾ ਬਲ ਜਾਈ, ਹਜ਼ੂਰ ਕਹਿੰਦੇ ਮੈਂ ਉਸ ਤੋਂ ਬਲਿਹਾਰ ਜਾਣਾ ਹਾਂ। ਜਿਹਨੇ ਵਿਕਾਰਾਂ ਵਾਲੀ ਦ੍ਰਿਸ਼ਟੀ ਨੂੰ ਮਰਜ਼ਾਦਾ ਦੇ ਵਿੱਚ ਬੰਨ੍ਹ ਲਿਆ ਹੈ, ਸਿੱਖੀ ਨਿਯਮਾਂ ਦੇ ਵਿੱਚ ਬੰਨ੍ਹ ਲਿਆ ਹੈ। ਪਰ ਬੇਟੀ ਕੋ ਬੇਟੀ ਜਾਨਾ ਹੈ, ਪਰ ਇਸਤਰੀ ਕੋ ਮਾਤ ਬਖਾਨਾ ਹੈ, ਆਪਣੀ ਇਸਤਰੀ ਸੋ ਰਤ ਹੋਈ ਰਹਿਤਵਾਨ ਸਿੰਘ ਹੈ ਸੋਈ, ਏਕਾ ਨਾਰੀ ਜਤੀ ਹੋਈ। ਜਿਹੜਾ ਇਸ ਮਰਜ਼ਾਦਾ ਦੀ ਪਾਲਣਾ ਕਰਦਾ ਹੈ, ਵਿਕਾਰਾਂ ਵਾਲੀ ਦ੍ਰਿਸ਼ਟੀ ਨੂੰ ਮਰਜ਼ਾਦਾ ਦੇ ਵਿੱਚ ਬੰਨ੍ਹ ਲੈਂਦਾ ਹੈ, ਅਸੀਂ ਉਸ ਤੋਂ ਬਲਿਹਾਰ ਜਾਂਦੇ ਹਾਂ। ਪਾਪ ਪੁੰਨ ਕੀ ਸਾਰ ਨਾ ਜਾਣੈ, ਭੂਲਾ ਫਿਰੈ ਅਜਾਈ। ਦੂਜੇ ਪਾਸੇ ਜਿਹੜਾ ਮਨਮੁਖ ਬੰਦਾ ਹੈ ਉਹ ਪੁੰਨ ਪਾਪ ਦੀ ਸਾਰ ਨੂੰ, ਸਮਾਚਾਰ ਨੂੰ, ਖਬਰਸਾਰ ਨੂੰ ਬਿਲਕੁਲ ਜਾਣਦਾ ਹੀ ਨਹੀਂ ਹੈ। ਭੂਲਾ ਫਿਰੈ ਅਜਾਈ, ਉਹ ਤੇ ਭੁੱਲਿਆ ਭਟਕਿਆ ਵਿਅਰਥ ਇੱਧਰ ਉੱਧਰ ਠੋਕਰਾਂ ਖਾਂਦਾ ਫਿਰਦਾ ਹੈ। ਇਹਦਾ ਮਤਲਬ ਇਹ ਹੈ ਜਿਹੜਾ ਗੁਰਮੁਖ ਹੈ ਉਹ ਆਪਣੇ ਜੀਵਨ ਨੂੰ ਸਿੱਖੀ ਦੀ ਮਰਜ਼ਾਦਾ ਅਨੁਸਾਰ ਢਾਲ ਲੈਂਦੇ, ਅਤੇ ਜਿਹੜਾ ਨਗੁਰਾ ਆਦਮੀ ਹੈ ਉਹ ਫਿਰ ਉਹ ਪਸ਼ੂ ਵਾਂਗੂ, ਚਾਹੇ ਆਪਣੀ ਇਸਤਰੀ ਹੈ ਚਾਹੇ ਪਰਾਈ ਇਸਤਰੀ ਹੈ, ਉਹਦੇ ਨਾਲ ਨਜਾਇਜ਼ ਸੰਬੰਧ ਕਰਨਾ ਇਹ ਘੋਰ ਪਾਪ ਹੈ, ਬੱਜਰ ਕੁਰੈਤ ਹੈ। ਪਰ ਉਸ ਨੂੰ ਪੁੰਨ ਪਾਪ ਦੀ ਖਬਰਸਾਰ ਹੈ ਹੀ ਨਹੀਂ ਹੈ। ਉਹ ਤੇ ਭਰਮ ਦੇ ਵਿੱਚ ਭੁੱਲਿਆ ਹੋਇਆ ਬੇਥਵਾ ਵਿਅਰਥ ਸੰਸਾਰ ਦੇ ਵਿੱਚ ਫਿਰ ਰਿਹਾ ਹੈ। ਬੋਲੋ ਸੱਚ ਨਾਮ ਕਰਤਾਰ। ਗਰੀਬਾਂ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਜੇ ਆਵਾਗਮਨ ਤੋਂ ਛੁਟਕਾਰਾ ਪ੍ਰਾਪਤ ਕਰਨਾ ਚਾਹੁੰਦੇ ਹੋ, ਉਸ ਪਰਮ ਪਿਤਾ ਕਰਤਾ ਪੁਰਖ ਵਾਹਿਗੁਰੂ ਦਾ ਸੱਚਾ ਨਾਮ ਉਚਾਰਨ ਕਰੋ। ਫੁਨ ਬੋਹੜ ਨਾ ਆਵਣ ਵਾਰ। ਗਰੀਬਾਂ ਨਿਵਾਜ ਸਤਿਗੁਰੂ ਜੀ ਫਿਰ ਮੁੜ ਮੁੜ ਕੇ ਆਉਣ ਜਾਣ ਦਾ ਵਾਰ ਸਮਾਂ ਨਹੀਂ ਪ੍ਰਾਪਤ ਹੋਵੇਗਾ, ਅਥਵਾ ਵਾਰ ਦਾ ਅਰਥ ਹੈ ਵਾਰੀ, ਫਿਰ ਆਉਣ ਤੇ ਜਾਣ ਦੀ ਵਾਰੀ ਨਹੀਂ ਤੁਹਾਨੂੰ ਪ੍ਰਾਪਤ ਹੋਵੇਗੀ। ਰਹਾਉ ਊਚਾ ਤੇ ਫੁਨ ਨੀਚ ਕਰਤ ਹੈ, ਨੀਚ ਕਰੈ ਸੁਲਤਾਨ। ਵਿਸਰਾਮ ਦੇ ਕੇ ਗਰੀਬਾਂ ਨਿਵਾਜ ਸਤਿਗੁਰੂ ਜੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਮਰੱਥਾ ਦਾ ਜ਼ਿਕਰ ਕਰਦੇ ਨੇ। ਉੱਚਾ ਤੇ ਫੁਨ ਨੀਚ ਕਰਤ ਹੈ, ਜੇ ਵਾਹਿਗੁਰੂ ਚਾਹੇ ਉੱਚਿਆਂ ਤੋਂ ਨੀਵੇਂ ਵੀ ਬਣਾ ਦਿੰਦਾ ਹੈ। ਨੀਚ ਕਰੈ ਸੁਲਤਾਨ, ਜਿਹੜੇ ਨੀਵੇਂ ਨੇ, ਗਰੀਬ ਨੇ, ਤੇ ਉਹਨਾਂ ਨੂੰ ਸੁਲਤਾਨ ਬਾਦਸ਼ਾਹ ਵੀ ਬਣਾ ਦਿੰਦਾ ਹੈ। ਵਾਹਿਗੁਰੂ ਜੋ ਚਾਹੇ ਉਹ ਕਰ ਸਕਦਾ ਹੈ। ਖਿਨ ਮੈਂ ਰਾਉ ਰੰਕ ਕਉ ਕਰਈ, ਰਾਉ ਰੰਕ ਕਰ ਡਾਰੇ, ਰੀਤੇ ਪਰੇ ਪਰੇ ਸਖਨਾਵੇ ਜਾਂ ਤਾਂ ਕੋ ਵਿਵਹਾਰੇ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਅਰਬ ਦੇਸ਼ਾਂ ਦੀ ਯਾਤਰਾ ਕਰ ਰਹੇ ਸਨ ਤਾਂ ਉਸ ਵੇਲੇ ਇੱਕ ਰਾਜਧਾਨੀ ਦੇ ਵਿੱਚ ਪਹੁੰਚੇ ਨੇ। ਬਾਹਰ ਖੇਤਾਂ ਦੇ ਵਿੱਚ ਇਸ ਇੱਕ ਬਿਰਛ ਦੇ ਹੇਠਾਂ ਆਸਣ ਲਾਇਆ। ਇੱਕ ਨੌਜਵਾਨ ਜਿਹੜਾ ਉਸ ਖੇਤ ਦਾ ਮਾਲਕ ਸੀ, ਉਹ ਆਪਣੇ ਖੇਤ ਗੇੜਾ ਮਾਰਨ ਵਾਸਤੇ ਆਇਆ। ਗੁਰੂ ਮਹਾਰਾਜ ਦਾ ਨੂਰਾਨੀ ਦੀਦਾਰ ਕਰਕੇ ਇਹਦੇ ਮਨ ਦੇ ਵਿੱਚ ਸ਼ਰਧਾ ਪੈਦਾ ਹੋਈ। ਸੋਚਿਆ ਇਹ ਕਾਮਲ ਫਕੀਰ ਨੇ, ਕੋਈ ਇਹਨਾਂ ਦੀ ਸੇਵਾ ਕਰਾਂ। ਉਸਨੇ ਖੇਤ ਵਿੱਚ ਛੋਲੇ ਬੀਜੇ ਹੋਏ ਸਨ। ਕੁਛ ਛੋਲਿਆਂ ਦੇ ਬੂਟੇ ਪੱਟੇ, ਅੱਗ ਬਾਲ ਕੇ ਉਹਨਾਂ ਨੂੰ ਭੁੰਨਿਆ ਅਤੇ ਹੋਲਾਂ ਬਣਾ ਲਈਆਂ। ਆ ਕੇ ਸਤਿਗੁਰੂ ਦੇ ਅੱਗੇ ਅਰਪਣ ਕੀਤੀਆਂ। ਸੱਚੇ ਪਾਤਸ਼ਾਹ
ਲਓ ਤੁਸੀਂ ਮੇਰੇ ਮਹਿਮਾਨ ਹੋ, ਤੁਸੀਂ ਮੇਰੇ ਖੇਤ ਵਿੱਚ ਚਰਨ ਪਾਏ ਨੇ, ਲਓ ਆਹ ਹੋਲਾਂ ਛਕੋ, ਅਤੇ ਫਿਰ ਮੈਂ ਤੁਹਾਡੇ ਲਈ ਘਰੋਂ ਭੋਜਨ ਤਿਆਰ ਕਰਕੇ ਲਿਆਵਾਂਗਾ। ਤੀਜੀ ਆਖੋ ਮੈਂ ਮੰਜਾ ਬਿਸਤਰਾ ਵੀ ਤੁਹਾਡੇ ਲਈ ਲਿਆ ਸਕਦਾ ਹਾਂ। ਤਾਂ ਗੁਰੂ ਮਹਾਰਾਜ ਨੇ ਉਹਦੇ ਪ੍ਰੇਮ ਨੂੰ ਤੱਕ ਕੇ ਇਹ ਬਚਨ ਆਖੇ ਸਨ, ਸੱਥਰ ਤੇਰਾ ਲੇਫ ਨਿਹਾਲੀ, ਪਾਓ ਤੇਰਾ ਪਕਵਾਨ, ਨਾਨਕ ਸਿਫਤੀ ਰਜੀਆ, ਆਓ ਬਹੋ ਸੁਲਤਾਨ। ਸੁਲਤਾਨ ਅਰਬੀ ਵਿੱਚ ਬਾਦਸ਼ਾਹ ਨੂੰ ਕਹਿੰਦੇ ਨੇ। ਸਤਿਗੁਰੂ ਕਹਿਣ ਲੱਗੇ, ਭਾਈ ਤੇਰੇ ਪ੍ਰੇਮ ਤੋਂ ਅਸੀਂ ਕੁਰਬਾਨ ਹਾਂ। ਸੱਥਰ ਤੇਰਾ ਲੇਫ ਨਿਹਾਲੀ, ਆ ਜਿਹੜਾ ਘਾਹ ਦਾ ਸੱਥਰ ਹੈ, ਇਹੀ ਸਾਡੇ ਲਈ ਰਜਾਈ ਅਤੇ ਤੁਲਾਈ ਹੈ। ਪਾਓ ਤੇਰਾ ਪਕਵਾਨ, ਜਿਹੜਾ ਤੇਰਾ ਪ੍ਰੇਮ ਹੈ, ਤੂੰ ਹੋਲਾਂ ਭੁੰਨ ਕੇ ਸਾਨੂੰ ਦਿੱਤੀਆਂ ਨੇ, ਇਹੀ ਸਾਡੇ ਲਈ ਪਕਵਾਨ, ਪੱਕਾ ਭੋਜਨ ਹੈ। ਲੱਡੂ, ਪੇੜੇ, ਜਲੇਬੀਆਂ ਪਕਵਾਨ ਹੈ। ਇਸ ਲਈ ਅੱਜ ਤੈਨੂੰ ਅਸੀਂ ਆਪਦੇ ਕੋਲੇ ਰੱਖਣਾ ਚਾਹੁੰਦੇ ਹਾਂ। ਅੱਜ ਰਾਤ ਸਾਡੇ ਕੋਲੇ ਰਹੇ। ਉਹ ਕਹਿਣ ਲੱਗਾ, ਮਹਾਰਾਜ ਸਤ ਬਚਨ। ਜਦੋਂ ਸਤਿਗੁਰੂ ਕੋਲ ਬੈਠਾ, ਉਸੇ ਦਿਨ ਉਸ ਦੇਸ਼ ਦਾ ਬਾਦਸ਼ਾਹ ਚਲਾਣਾ ਕਰ ਗਿਆ। ਜਿਹੜੇ ਉਸਦੇ ਵਜ਼ੀਰ ਸਨ, ਬੜੇ ਧਰਮੀ ਸਨ, ਇਮਾਨਦਾਰ ਸਨ। ਹੁਣ ਉਸ ਬਾਦਸ਼ਾਹ ਦੇ ਕੋਈ ਅੱਗੇ ਸੰਤਾਨ ਵੀ ਨਹੀਂ ਸੀ। ਸੋਚ ਵਿਚਾਰ ਕਰਨ ਲੱਗੇ ਵੀ ਹੁਣ ਰਾਜ ਕਿਸ ਨੂੰ ਦਿੱਤਾ ਜਾਵੇ, ਇਸ ਬਾਦਸ਼ਾਹ ਦਾ ਮਾਲਕ ਕਿਸ ਨੂੰ ਬਣਾਇਆ ਜਾਵੇ। ਫਿਰ ਉਹਨਾਂ ਨੇ ਫੈਸਲਾ ਕੀਤਾ ਵੀ ਆਪਾਂ ਸਵੇਰੇ ਉੱਠਾਂਗੇ, ਜਿਹੜਾ ਸਾਡੀ ਰਾਜਧਾਨੀ ਦਾ ਮੁੱਖ ਦਰਵਾਜ਼ਾ ਹੈ ਉਹਨੂੰ ਖੋਲਾਂਗੇ। ਜਿਹੜਾ ਵੀ ਪਹਿਲਾ ਇਨਸਾਨ ਸਾਨੂੰ ਮਿਲ ਗਿਆ, ਅਸੀਂ ਇਹ ਸਮਝਾਂਗੇ ਵੀ ਸਾਡੇ ਲਈ ਖੁਦਾ ਨੇ, ਅੱਲਾਹ ਤਾਲਾ ਨੇ ਬਾਦਸ਼ਾਹ ਭੇਜ ਦਿੱਤਾ ਹੈ, ਅਸੀਂ ਉਹਨੂੰ ਬਾਦਸ਼ਾਹ ਬਣਾ ਦੇਵਾਂਗੇ। ਹੁਣ ਉਹਨਾਂ ਵਜ਼ੀਰਾਂ ਨੇ ਇਹ ਫੈਸਲਾ ਕੀਤਾ। ਉੱਧਰੋਂ ਗੁਰੂ ਮਹਾਰਾਜ ਨੇ ਉਸ ਨੌਜਵਾਨ ਨੂੰ ਕਹਿ ਦਿੱਤਾ, ਭਾਈ ਹੁਣ ਤੇਰਾ ਸਮਾਂ ਆ ਗਿਆ, ਤੂੰ ਸੁਲਤਾਨ ਬਣਨਾ ਹੈ, ਹੁਣ ਤੂੰ ਜਾ ਆਪਣੇ ਘਰ ਨੂੰ। ਉੱਧਰੋਂ ਸਾਰੀ ਕੈਬਨਿਟ ਆ ਗਈ। ਉੱਧਰੋਂ ਇਹ ਨੌਜਵਾਨ ਪਹੁੰਚ ਗਿਆ। ਜਦੋਂ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ, ਇਸ ਨੌਜਵਾਨ ਨੂੰ ਪਤਾ ਸੀ ਇੰਨੇ ਵਜੇ ਦਰਵਾਜ਼ਾ ਖੁੱਲ੍ਹਦਾ ਹੈ, ਇਹ ਸਾਹਮਣੇ ਖਲੋਤਾ ਹੈ। ਅਤੇ ਸਾਰਿਆਂ ਨੇ ਹੀ ਇਸ ਨੂੰ ਸਲਾਮ ਕੀਤੀ ਅਤੇ ਇਸ ਨੂੰ ਨਾਲ ਲੈ ਗਏ, ਇਸ਼ਨਾਨ ਕਰਵਾਇਆ ਅਤੇ ਇਸ ਨੂੰ ਬਾਦਸ਼ਾਹੀ ਦਾ ਤਾਜ ਦੇਣ ਲੱਗੇ। ਇਹ ਕਹਿਣ ਲੱਗਾ, ਰੁਕੋ। ਉਹ ਕਹਿੰਦੇ, ਗੱਲ ਕੀ ਹੈ? ਕਹਿੰਦਾ, ਜਿਸ ਨੇ ਮੈਨੂੰ ਬਾਦਸ਼ਾਹ ਬਣਾਇਆ ਹੈ, ਮੈਂ ਉਹਦੇ ਕੋਲ ਤੁਹਾਨੂੰ ਲੈ ਕੇ ਜਾਣਾ ਚਾਹੁੰਦਾ। ਸਾਰੇ ਵਜ਼ੀਰਾਂ ਨੂੰ ਨਾਲ ਲੈ ਕੇ ਸਤਿਗੁਰੂ ਦੇ ਚਰਨਾਂ ਵਿੱਚ ਪਹੁੰਚਿਆ। ਆ ਕੇ ਬੇਨਤੀ ਕੀਤੀ, ਮਹਾਰਾਜ ਤੁਹਾਡੇ ਬਚਨਾਂ ਦੇ ਨਾਲ ਮੈਂ ਸੁਲਤਾਨ ਬਣਿਆ ਹਾਂ। ਹੁਣ ਇਹ ਜਿਹੜੀ ਤਿਲਕ ਦੀ ਰਸਮ ਹੈ, ਤਾਜ ਦੀ ਰਸਮ ਹੈ, ਤੁਸੀਂ ਅਦਾ ਕਰੋ। ਮੈਂ ਤੁਹਾਡਾ ਸੇਵਕ ਬਣ ਕੇ ਸੇਵਾ ਕਰਦਾ ਰਹਾਂਗਾ। ਫਿਰ ਇਹਦੀ ਬੇਨਤੀ ਨੂੰ ਪ੍ਰਵਾਨ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹਦੇ ਨਾਲ ਗਏ, ਇਹਨੂੰ ਰਾਜ ਦਾ ਤਿਲਕ ਦਿੱਤਾ, ਪਾਤਸ਼ਾਹੀ ਦਾ ਤਖਤ ਤਾਜ ਬਖਸ਼ਿਸ਼ ਕੀਤਾ। ਫਿਰ ਇਹਨੇ ਕੁਝ ਦਿਨ ਗੁਰੂ ਮਹਾਰਾਜ ਨੂੰ ਕੋਲ ਰੱਖਿਆ, ਸੇਵਾ ਕੀਤੀ, ਗੁਰਮਤਿ ਸਿੱਖੀ, ਗੁਰਬਾਣੀ ਪੜ੍ਹਨ ਲੱਗਿਆ, ਨਾਮ ਜਪਣ ਲੱਗਿਆ ਅਤੇ ਬਾਦਸ਼ਾਹ ਹੋ ਕੇ ਇਸ ਨੇ ਗੁਰੂ ਮਹਾਰਾਜ ਦੀ ਸਿੱਖੀ ਧਾਰਨ ਕੀਤੀ। ਇੱਥੇ ਹਜ਼ੂਰ ਕਹਿੰਦੇ, ਵਾਹਿਗੁਰੂ ਇੰਨਾ ਸਮਰੱਥ ਹੈ, ਉੱਚਿਆਂ ਤੋਂ ਨੀਵਾਂ ਕਰ ਸਕਦਾ ਅਤੇ ਨੀਵਿਆਂ ਨੂੰ ਸੁਲਤਾਨ ਬਾਦਸ਼ਾਹ ਵੀ ਬਣਾ ਸਕਦਾ ਹੈ। ਹੁਣ ਕਲਗੀਧਰ ਪਾਤਸ਼ਾਹ ਨੇ ਜਦੋਂ ਖਾਲਸੇ ਪੰਥ ਦੀ ਸਿਰਜਣਾ ਕੀਤੀ, ਉਸ ਵੇਲੇ ਪਹਾੜੀ ਰਾਜਿਆਂ ਨੂੰ ਆਖਿਆ, ਭਾਈ ਤੁਸੀਂ ਵੀ ਅੰਮ੍ਰਿਤ ਛਕ ਲਵੋ। ਆਪਾਂ ਜ਼ੁਲਮ ਦੇ ਖਿਲਾਫ ਇੱਕ ਫੌਜ ਤਿਆਰ ਕਰਨੀ ਹੈ, ਖਾਲਸਾ ਫੌਜ, ਤੁਸੀਂ ਉਹਦੇ ਵਿੱਚ ਸ਼ਾਮਲ ਹੋਵੋ।
ਪਹਾੜੀ ਰਾਜੇ ਕਹਿਣ ਲੱਗੇ, ਤੁਸੀਂ ਸਰਕਾਰ ਦੇ ਨਾਲ, ਮੌਕੇ ਦੇ ਬਾਦਸ਼ਾਹ ਦੇ ਨਾਲ ਟੱਕਰ ਲੈਣ ਦੀਆਂ ਤਿਆਰੀਆਂ ਕਰ ਰਹੇ ਹੋ, ਅਸੀਂ ਤੁਹਾਡਾ ਸਾਥ ਨਹੀਂ ਦੇ ਸਕਦੇ। ਹਜ਼ੂਰ ਕਹਿੰਦੇ, ਤੁਸੀਂ ਛੋਟੇ ਛੋਟੇ ਰਾਜ ਦੇ ਘੇਰੇ ਦੇ ਵਿੱਚ ਫਸੇ ਹੋਏ ਹੋ, ਤੁਹਾਨੂੰ ਦਿੱਲੀ ਦੀ ਪਾਤਸ਼ਾਹੀ ਦੇ ਦੇਵਾਂਗੇ, ਆਓ ਸਾਡੇ ਨਾਲ ਰਲੋ। ਪਰ ਇਹ ਜਵਾਬ ਦੇ ਗਏ, ਕਹਿਣ ਲੱਗੇ ਅਸੀਂ ਨਹੀਂ ਇਹ ਕੰਮ ਕਰ ਸਕਦੇ। ਤਾਂ ਗਰੀਬ ਨਿਵਾਜ ਸਤਿਗੁਰੂ ਜੀ ਨੇ ਉਸ ਵੇਲੇ ਬਚਨ ਕਹੇ ਸਨ ਜੋ ਇਤਿਹਾਸ ਵਿੱਚ ਅੰਕਿਤ ਨੇ। ਇਨ ਗਰੀਬ ਸਿੱਖਣ ਕੋ ਦੇਉ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ। इन्हीं को सरदार बनाऊं, तबै गोबिंद सिंह नाम कहूँ। जिनकी जात बरन कुल माही, सरदारी न पई कदाही। तिन्हीं को सरदार बनाऊं, तबै गोबिंद सिंह नाम कहूँ। ये है अकाल पुरख दी ते समर्थ गुरु दी बख्शिश। ਉਹ ਉੱਚਿਆਂ ਤੋਂ ਨੀਵਾਂ ਕਰ ਸਕਦਾ ਤੇ ਨੀਵਿਆਂ ਨੂੰ ਸੁਲਤਾਨ ਬਾਦਸ਼ਾਹ ਬਣਾ ਸਕਦਾ ਹੈ। ਜਿਨੀ ਜਾਣ ਸੋ ਜਾਣਿਆ, ਜਗ ਤੇ ਪੂਰੇ ਪਰਵਾਨ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜਿਨ੍ਹਾਂ ਨੇ ਜਾਣਨਹਾਰ ਜੋ ਅਕਾਲ ਪੁਰਖ ਹੈ, ਸੋ ਭਲੀ ਪ੍ਰਕਾਰ ਉਸ ਨੂੰ ਜਾਣ ਲਿਆ, ਉਹਦੇ ਨਾਲ ਡੂੰਘੀ ਜਾਣ ਪਛਾਣ ਬਣਾ ਲਈ ਹੈ। ਜਗ ਤੇ ਪੂਰੇ ਪ੍ਰਵਾਨ। ਭਾਈ ਇਸ ਸੰਸਾਰ ਦੇ ਵਿੱਚ ਉਹੀ ਪੂਰਨ ਮਹਾਂਪੁਰਖ ਨੇ ਤੇ ਉਹੀ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਹੋਏ ਹਨ। ਤਾਕੋ ਸਮਝਾਵਣ ਜਾਈਐ, ਜੇ ਕੋ ਭੂਲਾ ਹੋਈ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਉਹ ਵਾਹਿਗੁਰੂ ਜੋ ਕਰਦਾ ਹੈ ਉਹ ਸਹੀ ਕਰਦਾ ਹੈ। ਉਸ ਨੂੰ ਸਮਝਾਉਣ ਵਾਸਤੇ ਤਾਂ ਜਾਈਏ ਜੇ ਕੋਈ ਉਹ ਭੁੱਲ ਕਰਦਾ ਹੋਵੇ। ਉਸ ਵਾਹਿਗੁਰੂ ਦੀ ਕੀਤੀ ਵਿੱਚ ਉਕਾਈ ਹੁੰਦੀ ਹੀ ਨਹੀਂ ਹੈ। ਕਿਉਂ? ਉਹ ਸਰਵੱਗ ਹੈ, ਸਮਰੱਥ ਹੈ, ਸਰਵ ਸ਼ਕਤੀਮਾਨ ਹੈ। ਉਹ ਗਲਤੀ ਕਰਦਾ ਹੀ ਨਹੀਂ। ਇਸੇ ਲਈ ਕਿਸੇ ਸਿਆਣੇ ਪੁਰਸ਼ ਨੇ ਆਖਿਆ ਹੈ, ਜੋ ਗਲਤੀ ਕਰਕੇ मान जाए उसे इंसान कहते हैं। जो गलती करके झगड़ा करे उसे हैवान कहते हैं। हैवान पशु ਨੂੰ ਕਹਿੰਦੇ ਨੇ। ਜਿਹੜਾ ਗਲਤੀ ਕभी ਨਾ ਕਰੇ ਉਸੇ ਭਗਵਾਨ कहते हैं। ਵਾਹਿਗੁਰੂ ਕਦੀ ਗਲਤੀ ਨਹੀਂ ਕਰਦਾ। ਹਜ਼ੂਰ ਕਹਿੰਦੇ ਉਸ ਨੂੰ ਸਮਝਾਉਣ ਵਾਸਤੇ ਤਾਂ ਜਾਈਏ ਵੀ ਜੇ ਕੋਈ ਉਹ ਭੁੱਲ ਕਰਦਾ ਹੋਵੇ, ਕੋਈ ਉਹਦੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ। ਜਿਵੇਂ ਕਈ ਵਾਰੀ ਆਦਮੀ ਕੋਈ ਕੰਮ ਕਰਨਾ ਚਾਹੁੰਦਾ ਹੈ, ਉਹ ਗਲਤ ਹੋ ਜਾਂਦਾ ਹੈ, ਕਹਿੰਦੇ ਨਹੀਂ ਹੁਣ ਦੁਬਾਰਾ ਕਰੋ। ਪਰ ਪਰਮੇਸ਼ਰ ਨੂੰ ਦੁਬਾਰਾ ਕਰਨ ਦੀ ਲੋੜ ਨਹੀਂ ਪੈਂਦੀ। ਉਹ ਜੋ ਕਰਦਾ ਹੈ ਉਹ ਸਾਰਾ ਕੁਝ ਸਹੀ ਹੁੰਦਾ ਹੈ। ਉਹ ਪਹਿਲਾਂ ਤੋਂ ਜੋ ਵਾਹਿਗੁਰੂ ਸਤ ਸੰਕਲਪ ਹੈ, ਜੋ ਸੰਕਲਪ ਹੁੰਦਾ ਉਹ ਉਸ ਦਾ ਪੂਰਾ ਹੋ ਜਾਂਦਾ ਹੈ। ਇਸੇ ਲਈ ਸਮਝਾਉਣ ਵਾਸਤੇ ਤਾਂ ਜਾਈਏ ਜੇ ਕੋਈ ਉਹਦੇ ਕੋਲੋਂ ਭੁੱਲ ਦੀ ਗੁੰਜਾਇਸ਼ ਹੋਵੇ, ਕੋਈ ਗਲਤੀ ਕਰ ਰਿਹਾ ਹੋਵੇ। ਗਲਤੀ ਉਸ ਪਾਸੋਂ ਹੁੰਦੀ ਹੀ ਨਹੀਂ ਹੈ। ਆਪੇ ਖੇਲ ਕਰੇ ਸਭ ਕਰਤਾ, ਐਸਾ ਬੂਝੈ ਕੋਈ। ਉਹ ਕਰਤਾ ਪੁਰਖ ਵਾਹਿਗੁਰੂ ਆਪ ਹੀ ਸਾਰੇ ਖੇਲ ਦਾ ਅਰਥ ਹੈ ਤਮਾਸ਼ੇ ਕਰ ਰਿਹਾ ਹੈ। ਆ ਵੇਖ ਲਓ, ਕਿਧਰੇ ਮਨੁੱਖ ਕਈ ਤਰ੍ਹਾਂ ਦੇ ਖੇਲ ਤਮਾਸ਼ੇ ਕਰਦੇ ਨੇ, ਪਸ਼ੂ ਪੰਛੀ ਵੀ ਕਲੋਲਾਂ ਕਰਦੇ ਨੇ। ਇਹ ਕਰਤਾ ਪੁਰਖ ਵਾਹਿਗੁਰੂ ਸਾਰੇ ਆਪ ਹੀ ਇਹ ਖੇਡ ਤਮਾਸ਼ੀ ਕਰ ਰਿਹਾ ਹੈ। ਐਸਾ ਬੂਝਾ ਕੋਈ ਵਿਰਲਾ ਇਸ ਗੱਲ ਨੂੰ ਸਮਝਦਾ ਹੈ, ਇਸ ਰਾਜ ਨੂੰ, ਇਸ ਭੇਤ ਨੂੰ ਸਮਝਦਾ ਹੈ। ਨੌ ਪ੍ਰਭਾਤੈ ਸ਼ਬਦ ਧਿਆਈਐ, ਛੋਡੋ ਦੁਨੀ ਭਰੀਤਾ। ਲੋ ਗਰੀਬ ਨਿਵਾਜ ਸਾਨੂੰ ਸਰਬੱਤ ਦੇ ਭਲੇ ਦਾ ਸਾਂਝਾ ਉਪਦੇਸ਼ ਦਿੰਦੇ ਨੇ। ਸਾਡੇ ਜੀਵਨ ਦੀ ਸਫਲਤਾ ਕਿਵੇਂ ਹੋ ਸਕਦੀ ਹੈ? ਹਜ਼ੂਰ ਕਹਿੰਦੇ ਨਾਉ ਪ੍ਰਭਾਤੈ ਸ਼ਬਦ ਧਿਆਈਐ। ਪ੍ਰਭਾਤ ਜਦੋਂ ਅੰਮ੍ਰਿਤ ਵੇਲਾ ਹੁੰਦਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਤੇ ਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ। ਪ੍ਰਭਾਤ ਅੰਮ੍ਰਿਤ ਵੇਲੇ ਗੁਰੂ ਕੇ ਸ਼ਬਦ ਰਾਹੀਂ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਚਾਹੀਦਾ ਹੈ। ਛੋਡੋ ਦੁਨੀ ਪ੍ਰੀਤਾ, ਤੇ ਜਿਹੜੀ ਦੁਨੀਆ ਦਾ ਮੋਹ ਪਿਆਰ ਹੈ, ਮਾਇਆ ਦੀ
ਮੁਹੱਬਤ ਹੈ, ਇਹਨੂੰ ਛੱਡ ਦਿਓ ਤੇ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ। ਪ੍ਰਣਵਤ ਨਾਨਕ ਦਾਸਨ ਦਾਸਾ, ਜਗ ਹਾਰਿਆ ਤਿਨ ਜੀਤਾ। ਪ੍ਰਣਵਤ ਦਾ ਅਰਥ ਹੈ ਬੇਨਤੀ ਪੂਰਵਕ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੈਂ ਉਹਨਾਂ ਦੇ ਦਾਸਾਂ ਦਾ ਦਾਸ ਹਾਂ ਜਿਹੜੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਨੇ। ਦੁਨੀਆ ਦੇ ਮੋਹ ਮੁਹੱਬਤ ਛੱਡ ਕੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪਿਆਰ ਕਰਦੇ ਨੇ, ਅਸੀਂ ਉਹਨਾਂ ਦੇ ਦਾਸਾਂ ਦੇ ਦਾਸ ਹਾਂ। ਜਗ ਹਾਰਿਆ ਤਿਨ ਜੀਤਾ, ਬਈ ਉਹਨਾਂ ਨੇ ਤੇ ਮਨ ਜੀਤਾ ਜਗ ਜੀਤ। ਮਨ ਨੂੰ ਜਿੱਤ ਕੇ ਸਾਰੇ ਸੰਸਾਰ ਨੂੰ ਜਿੱਤ ਲਿਆ ਹੈ। ਪਰ ਜਿਹੜੇ ਦੁਨਿਆਵੀ ਬੰਦੇ ਨੇ, ਸਾਰਾ ਸੰਸਾਰ ਉਹਨਾਂ ਦੇ ਸਾਹਮਣੇ ਹਾਰ ਜਾਂਦਾ ਹੈ। ਮਨਮੁਖ ਆਦਮੀ ਜੀਵਨ ਦੀ ਬਾਜੀ ਹਾਰ ਕੇ ਜਾਂਦਾ ਹੈ ਤੇ ਗੁਰਮੁਖ ਜੀਵਨ ਦੀ ਬਾਜੀ ਨੂੰ ਜਿੱਤ ਕੇ ਜਾਂਦਾ ਹੈ। ਪ੍ਰਭਾਤੀ ਮਹੱਲਾ ਪਹਿਲਾ। ਮਨ ਮਾਇਆ ਮਨ ਧਾਇਆ, ਮਨ ਪੰਖੀ ਆਕਾਸ। ਲਓ ਹੁਣ ਗਰੀਬਨ ਵਾਜ ਸਤਿਗੁਰੂ ਜੀ ਦੇ ਪਾਵਨ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਾਡੇ ਜੀਵਨ ਦੀ ਸਫਲਤਾ ਦਾ ਰਾਜ ਦੱਸੋ। ਤਾਂ ਹਜ਼ੂਰ ਕਹਿੰਦੇ, ਭਾਈ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੋ ਤੇ ਉਹਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰੋ। ਕਿਵੇਂ ਜੀ? ਐਸਾ ਨਾਮ ਰਤਨ ਨਿਧ ਮੇਰੇ। ਹਜ਼ੂਰ ਕਹਿੰਦੇ ਨੇ, ਵਾਹਿਗੁਰੂ ਪਰਮੇਸ਼ਰ ਦਾ ਨਾਮ ਇੱਕ ਰਤਨ ਹੈ ਤੇ ਨਿਧ ਮੇਰਾ ਮੇਰੇ ਲਈ ਬਹੁਤ ਵੱਡਾ ਖਜ਼ਾਨਾ ਹੈ। ਸਭ ਨਿਧਾਨ ਦਸ਼ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ, ਰਿੱਧ ਸਿੱਧ ਨਾਵੈ ਕੀ ਦਾਸੀ। ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਤੇ ਆਈਐ। ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿਤ ਲਾਈਐ। ਵਾਹਿਗੁਰੂ ਦਾ ਨਾਮ ਇੱਕ ਐਸਾ ਅਮੋਲਕ ਰਤਨ ਹੈ ਤੇ ਮੇਰੇ ਲਈ ਸਭ ਤੋਂ ਵੱਡਾ ਖਜ਼ਾਨਾ ਹੈ। ਗੁਰਮਤਿ ਦੇਹ ਲੱਗੋਂ ਪਗ ਤੇਰੇ, ਹੇ ਵਾਹਿਗੁਰੂ ਗੁਰੂ ਦੀ ਮੱਤ ਰਾਹੀਂ ਮੈਨੂੰ ਨਾਮ ਰੂਪੀ ਰਤਨ ਬਖਸ਼ਿਸ਼ ਕਰ ਤੇ ਮੈਂ ਤੇਰੇ ਚਰਨੀ ਲੱਗਦਾ ਹਾਂ। ਮੈਂ ਤੇਰੇ ਚਰਨੀ ਲਾ ਕੇ ਅਰਦਾਸ ਬੇਨਤੀ ਕਰਦਾ ਹਾਂ, ਹੇ ਵਾਹਿਗੁਰੂ ਜੀ ਉਹ ਨਾਮ ਦਾ ਰਤਨ ਮੈਨੂੰ ਬਖਸ਼ਿਸ਼ ਕਰ ਜੋ ਮੇਰੇ ਲਈ ਇੱਕ ਬਹੁਤ ਵੱਡਾ ਖਜ਼ਾਨਾ ਹੈ ਜਿਹੜਾ ਕਦੇ ਮੁੱਕਣ ਵਾਲਾ ਨਹੀਂ ਹੈ। ਇਹੋ ਤਨ ਅਖੁੱਟ ਨਾ ਨਖੁੱਟੈ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ। ਇਹ ਖਜ਼ਾਨਾ ਮੈਨੂੰ ਬਖਸ਼ਿਸ਼ ਕਰ ਦਿਓ। ਹੁਣ ਗਰੀਬਨ ਵਾਜ ਸਤਿਗੁਰੂ ਜੀ ਮਨਮੁਖ ਤੇ ਗੁਰਮੁਖ ਦੀ ਅਵਸਥਾ ਦਾ ਨਿਰਣਾ ਕਰਦੇ ਨੇ। ਮਨ ਮਾਇਆ ਮਨ ਧਾਇਆ, ਮਨਮੁਖ ਦਾ ਮਨ ਮਾਇਆ ਮਾਇਆ ਕੂਕਦਾ ਰਹਿੰਦਾ। ਮਨਮੁਖ ਦਾ ਮਨ ਮਾਇਆ ਦੇ ਪਿੱਛੇ ਧਾਇਆ ਦੌੜਦਾ ਰਹਿੰਦਾ ਹੈ। ਮਨ ਪੰਖੀ ਆਕਾਸ਼, ਤੇ ਮਨਮੁਖ ਦਾ ਮਨ ਪੰਛੀ ਦੀ ਤਰ੍ਹਾਂ ਆਕਾਸ਼ ਦੇ ਵਿੱਚ ਉਡਾਰੀਆਂ ਮਾਰਦਾ ਰਹਿੰਦਾ ਹੈ। ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਰਾ ਥਿਰਨਾ ਰਹਿਤ ਹੈ, ਚਾਰੇ ਕੁੰਟਾਂ ਪਾਲੇ। ਇਹ ਮਨਮੁਖ ਦੀ ਅਵਸਥਾ ਹੁੰਦੀ ਹੈ। ਤਸ ਕਰ ਸ਼ਬਦ ਨਿਵਾਰਿਆ, ਨਗਰ ਬੁੱਠਾ ਸਾਬਾਸ। ਦੂਜੇ ਪਾਸੇ ਜਿਹੜਾ ਗੁਰਮੁਖ ਬੰਦਾ ਹੈ, ਤਸ ਕਰ ਸ਼ਬਦ ਨਿਵਾਰਿਆ, ਇਹ ਜਿਹੜਾ ਮਨ ਚੋਰ ਵਾਂਗੂ ਸਾਡੇ ਅੰਦਰ ਲੁਕ ਕੇ ਸਾਡੇ ਸ਼ੁਭ ਗੁਣਾਂ ਨੂੰ, ਕੀਮਤੀ ਅਖਲਾਕ ਨੂੰ, ਧਰਮ ਦੇ ਗੁਣਾਂ ਨੂੰ ਨਸ਼ਟ ਕਰ ਰਿਹਾ ਹੈ। ਗੁਰੂ ਕੇ ਸ਼ਬਦ ਦੀ ਕਮਾਈ ਕਰਕੇ ਇਸ ਮਨ ਰੂਪੀ ਚੋਰ ਨੂੰ ਉਹਨਾਂ ਨੇ ਨਿਵਾਰਿਆ, ਆਪਣੇ ਅੰਦਰੋਂ ਬਾਹਰ ਕੱਢ ਦਿੱਤਾ, ਉਸ ਨੂੰ ਕਾਬੂ ਵਿੱਚ ਕਰ ਲਿਆ। ਨਗਰ ਬੁੱਠਾ ਸਾਬਾਸ, ਹੁਣ ਸਾਡਾ ਸਰੀਰ ਰੂਪੀ ਨਗਰ ਵਸ ਗਿਆ ਹੈ। ਭਾਵ ਜਿਹੜੇ ਸਾਡੇ ਸਰੀਰ ਵਿੱਚ ਹੁਣ ਸਿੱਖੀ ਦੇ ਗੁਣ, ਧਰਮ ਦੇ ਗੁਣ, ਉਹ ਇਹਦੇ ਵਿੱਚ ਪ੍ਰਵੇਸ਼ ਹੋ ਗਏ ਨੇ ਤੇ ਸਾਡਾ ਸਰੀਰ ਰੂਪੀ ਨਗਰ ਘੋਗੂ ਵਸ ਗਿਆ ਹੈ। ਤੇ ਸ਼ਾਬਾਸ਼ ਉਹਨਾਂ ਗੁਰਮੁਖਾਂ ਨੂੰ ਪਾਈ ਸ਼ਾਬਾਸ਼ ਹੈ ਵੀ ਜਿਨ੍ਹਾਂ ਨੇ ਚੋਰ ਨੂੰ ਫੜ ਲਿਆ ਤੇ ਚੋਰ ਨੂੰ ਕਾਬੂ ਕਰ ਲਿਆ ਤੇ ਆਪਣੇ ਸਰੀਰ ਰੂਪੀ ਨਗਰ ਨੂੰ ਆਬਾਦ ਕਰ ਲਿਆ ਹੈ। ਜਾ ਤੂੰ ਰਾਖਹਿ ਰਾਖ ਲਹਿ, ਸਾਬਤ ਹੋਵੇ ਰਾਸ। ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ ਜਾ ਤੂੰ ਰਾਖਹਿ ਰਾਖ ਲਹਿ। ਹੇ ਵਾਹਿਗੁਰੂ ਜੇ ਤੂੰ ਰੱਖਣਾ ਚਾਹੇ ਤਾਂ ਸਾਨੂੰ ਇਸ ਮਨ ਰੂਪੀ ਚੋਰ ਤੋਂ ਬਚਾ ਕੇ ਰੱਖ ਸਕਦਾ ਹੈ। ਸਾਬਤ ਹੋਵੇ ਰਾਸ,
ਜਦੋਂ ਮਨ ਰੂਪੀ ਚੋਰ ਕਾਬੂ ਵਿੱਚ ਹੋ ਜਾਂਦਾ ਹੈ ਤੇ ਜਿਹੜੀ ਸਾਡੀ ਰਾਸ ਪੂੰਜੀ ਹੈ, ਜੀਵਨ ਦੀ ਪੂੰਜੀ, ਸ਼ਰਧਾ ਦੀ ਪੂੰਜੀ, ਸ਼ੁਭ ਗੁਣਾਂ ਦੀ ਪੂੰਜੀ, ਭਗਤੀ ਦੀ ਪੂੰਜੀ, ਨਾਮ ਦੀ ਖੇਪ, ਇਹ ਸਹੀ ਸਲਾਮਤ ਰਹਿ ਸਕਦੀ ਹੈ। ਐਸਾ ਨਾਮ ਰਤਨ ਨਿਧ ਮੇਰਾ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਗੁਰਮੁਖੋ ਵਾਹਿਗੁਰੂ ਦਾ ਨਾਮ ਇੱਕ ਐਸਾ ਅਮੋਲਕ ਰਤਨ ਹੈ ਤੇ ਸਾਡੇ ਲਈ ਬਹੁਤ ਵੱਡਾ ਖਜ਼ਾਨਾ ਹੈ। ਗੁਰਮਤਿ ਦੇਹ ਲਗੋ ਪਗ ਤੇਰੇ। ਇਹ ਵਾਹਿਗੁਰੂ ਜੀ, ਮੈਂ ਤੇਰੇ ਚਰਨੀ ਲੱਗਦਾ ਹਾਂ, ਤੂੰ ਕਿਰਪਾ ਕਰ ਗੁਰਮਤਿ ਦੁਆਰਾ ਇਹ ਨਾਮ ਦਾ ਰਤਨ ਮੈਨੂੰ ਬਖਸ਼ਿਸ਼ ਕਰ ਦਿਓ। ਰਹਾਉ ਮਨ ਜੋਗੀ ਮਨ ਭੋਗੀਆ ਮਨ ਮੂਰਖ ਗਾਵਾਰ। ਰਹਾਉ ਵਿਸਰਾਮ ਦੇ ਕੇ ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ, ਇਹ ਜਿਹੜਾ ਮਨ ਹੈ ਕਦੇ ਜੋਗੀ ਬਣ ਜਾਂਦਾ ਹੈ, ਇਹੀ ਮਨ ਕਦੇ ਭੋਗੀ ਬਣ ਜਾਂਦਾ ਹੈ। ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗੀਆ। ਜੋਗੀਆਂ ਵਿੱਚ ਇਹ ਮਨ ਯੋਗ ਦਾ ਆਨੰਦ ਮਾਣਦਾ ਹੈ, ਭੋਗੀਆਂ ਵਿੱਚ ਇਹੀ ਮਨ ਭੋਗ ਦੇ ਰਸ ਮਾਣਦਾ ਹੈ। ਮਨ ਮੂਰਖ ਗਾਵਾਰ, ਕਦੇ ਇਹੀ ਸਾਡਾ ਮਨ ਮੂਰਖ ਬਣ ਜਾਂਦਾ ਹੈ ਤੇ ਕਦੇ ਇਹੀ ਸਾਡਾ ਮਨ ਗਾਵਾਰ ਬੇਵਕੂਫ ਬਣ ਜਾਂਦਾ ਹੈ। ਮੂਰਖਾਂ ਦੀਆਂ ਵੀ ਸ਼੍ਰੇਣੀਆਂ ਹੁੰਦੀਆਂ ਨੇ, ਮੂਰਖਾਂ ਦਾ ਵੱਡਾ ਮੂਰਖ ਬਣ ਜਾਂਦਾ ਹੈ। ਮਨ ਦਾਤਾ ਮਨ ਮੰਗਤਾ ਮਨ ਸਿਰ ਗੁਰ ਕਰਤਾਰ। ਇਹੀ ਮਨ ਕਦੀ ਦਾਤਾ ਬਣ ਜਾਂਦਾ ਹੈ, ਕਦੇ ਮੰਗਤਾ ਬਣ ਜਾਂਦਾ ਹੈ। ਮਨ ਸਿਰ ਗੁਰ ਕਰਤਾਰ, ਹਜੂਰ ਕਹਿੰਦੇ ਗੁਰਮੁਖਾਂ ਦੇ ਮਨ ਉਤੇ, ਗੁਰਮੁਖਾਂ ਦੇ ਜਿਹੜਾ ਗੁਰਮੁਖਾਂ ਦਾ ਮਨ ਹੈ ਉਹਦੇ ਸਿਰ ਉਤੇ ਗੁਰੂ ਕਰਤਾਰ ਦਾ ਹੱਥ ਹੁੰਦਾ ਹੈ। ਇਸ ਲਈ ਗੁਰਮੁਖਾਂ ਦਾ ਮਨ ਨਹੀਂ ਡੋਲਦਾ, ਮਨਮੁਖ ਦਾ ਮਨ ਡੋਲਦਾ ਰਹਿੰਦਾ, ਕਦੇ ਜੋਗੀ ਕਦੇ ਭੋਗੀ, ਕਦੇ ਮੂਰਖ ਕਦੇ ਮਹਾਮੂਰਖ ਬਣ ਜਾਂਦਾ, ਕਦੇ ਦਾਤਾ ਕਦੀ ਮੰਗਤਾ ਬਣ ਜਾਂਦਾ। ਪਰ ਗੁਰਮੁਖਾਂ ਦੇ ਮਨ ਦੇ ਸਿਰ ਉੱਤੇ ਗੁਰੂ ਕਰਤਾਰ ਦਾ ਹੱਥ ਹੁੰਦਾ, ਸਿਰ ਉੱਪਰ ਠੰਡਾ ਗੁਰਸੂਰਾ। ਨਾਨਕ ਤਾਂ ਕਿ ਕਾਰਜ ਪੂਰਾ, ਗੁਰਮੁਖਾਂ ਦਾ ਮਨ ਹਮੇਸ਼ਾ ਲਈ ਅਡੋਲ ਰਹਿੰਦਾ ਹੈ। ਪੰਚ ਮਾਰ ਸੁਖ ਪਾਇਆ ਐਸਾ ਬ੍ਰਹਮ ਵਿਚਾਰ। ਗਰੀਬ ਨਿਵਾਜ ਸਤਿਗੁਰੂ ਜੀ ਹੁਣ ਗੁਰਮੁਖਾਂ ਦੀ ਅਵਸਥਾ ਦੱਸਦੇ ਨੇ। ਗੁਰਮੁਖਾਂ ਨੇ ਪੰਜ ਮਾਰ, ਜਿਹੜੇ ਪੰਜ ਕਾਮ ਕ੍ਰੋਧ ਆਦਿਕ ਚੋਰ ਸਨ, ਇਹਨਾਂ ਨੂੰ ਮਾਰ ਕੇ ਸੁਖ ਪਾਇਆ, ਸदैवी ਸੁਖ ਆਤਮਕ ਸੁਖ ਪ੍ਰਾਪਤ ਕਰ ਲਿਆ ਹੈ। ਐਸਾ ਬ੍ਰਹਮ ਵਿਚਾਰ, ਐਸਾ ਬ੍ਰਹਮ ਵਿਚਾਰ ਕਰਨ ਦਾ ਉਹਨਾਂ ਨੂੰ ਫਲ ਪ੍ਰਾਪਤ ਹੋਇਆ। ਜਿਹੜੇ ਗੁਰਮੁਖ ਪਿਆਰੇ ਬ੍ਰਹਮ ਵਿਚਾਰ ਦੇ ਨਾਲ ਜੁੜਦੇ ਨੇ, ਆਤਮ ਤੱਤ ਤੇ ਪਰਮਾਤਮ ਤੱਤ ਦੀ ਵਿਚਾਰ ਕਰਦੇ ਨੇ, ਫਿਰ ਉਹ ਪੰਜ ਵਿਕਾਰਾਂ ਨੂੰ ਮਾਰ ਕੇ ਤੇ ਆਤਮਕ ਸੁਖ ਨੂੰ ਪ੍ਰਾਪਤ ਕਰ ਲੈਂਦੇ ਹਨ। ਘਟ ਘਟ ਏਕ ਵਖਾਣੀਐ ਕਹੋ ਨਾ ਦੇਖਿਆ ਜਾਏ। ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ ਵੀ ਸਾਰੇ ਲੋਕ ਇਹ ਗੱਲ ਤਾਂ ਆਖਦੇ ਨੇ, ਕਿਹੜੀ ਗੱਲ? ਵੀ ਘਟ ਘਟ ਏਕ, ਵੀ ਘਟਾਂ ਘਟਾਂ ਵਿੱਚ ਇੱਕ ਵਾਹਿਗੁਰੂ ਵਸ ਰਿਹਾ। ਵਖਾਣੀਆਂ ਇਹ ਗੱਲ ਸਾਰੇ ਹੀ ਕਹਿੰਦੇ ਨੇ ਵੀ ਸਾਰਿਆਂ 'ਚ ਰੱਬ ਵਸਦਾ ਹੈ, ਘਟ ਘਟ ਮੈਂ ਹਰਜੂ ਬਸੈ। ਕਹੋ ਨਾ ਦੇਖਿਆ ਜਾਏ, ਪਰ ਕੇਵਲ ਕਹਿਣ ਦੇ ਨਾਲ ਉਹਦਾ ਦੀਦਾਰ ਨਹੀਂ ਕੀਤਾ ਜਾ ਸਕਦਾ। ਗੱਲੀ ਬਾਤੀ ਜਿੰਨੀਆਂ ਮਰਜ਼ੀ ਆਪਾਂ ਰੱਬ ਦੀਆਂ ਗੱਲਾਂ ਕਰ ਰਹੀਏ, ਗੱਲੀ ਹਉ ਸੁਹਾਗਣ ਪੈਣੇ ਕੰਤ ਨ ਕਬਹੂ ਮੈਂ ਮਿਲਿਆ, ਪਰ ਕੇਵਲ ਕਹਿਣ ਮਾਤਰ ਦੇ ਨਾਲ ਉਸ ਨੂੰ ਦੇਖਿਆ ਨਹੀਂ ਜਾ ਸਕਦਾ। ਖੋਟੋ ਪੂਠੋ ਰਾਲੀਐ ਬਿਨ ਨਾਵੈ ਪਤ ਜਾਏ। ਇਹ ਗੱਲ ਤਾਂ ਮਨਮੁਖ ਵੀ ਕਹਿ ਦਿੰਦੇ ਨੇ ਨਾ ਵੀ ਘਟਾਂ ਘਟਾਂ ਵਿੱਚ ਰੱਬ ਵਸਦਾ, ਵੀ ਤੇਰੇ ਵਿੱਚ ਰੱਬ ਬਹੁਤਾ ਵਸਦਾ, ਮੇਰੇ 'ਚ ਵੀ ਰੱਬ ਹੈ। ਇਸ ਤਰ੍ਹਾਂ ਦੀਆਂ ਮਨਮੁਖ ਲੋਕ ਵੀ ਗੱਲਾਂ ਕਰਦੇ ਨੇ, ਪਰ ਰੱਬ ਤਾਂ ਸਾਰਿਆਂ ਵਿੱਚ ਹੀ ਵਸਦਾ ਹੈ, ਪਰ ਕਹਿਣ ਮਾਤਰ ਦੇ ਨਾਲ ਦੇਖਿਆ ਨਹੀਂ ਜਾ ਸਕਦਾ। ਜਿਹੜਾ ਆਦਮੀ ਨੀਅਤ ਦਾ ਖੋਟਾ ਹੈ, ਉਹਨੂੰ ਤੇ ਪੁੱਠਾ ਟਾਂਕੇ ਰਾਲੀਏ ਮਿੱਟੀ ਵਿੱਚ ਰੋਲਿਆ ਜਾਂਦਾ ਹੈ। ਜਿਹੜਾ ਮਨਮੁਖ ਬੰਦਾ ਹੈ, ਜਿਹਦੇ ਮਨ ਦੇ ਵਿੱਚ ਖੋਟ ਹੈ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ, ਉਹਨਾਂ ਪਖੰਡੀਆਂ ਨੂੰ ਪੁੱਠੇ ਟਾਂਕੇ ਨਰਕਾਂ ਦੇ ਵਿੱਚ ਮਿੱਟੀ ਵਿੱਚ ਰੋਲਿਆ ਜਾਂਦਾ ਹੈ। ਬਿਨ ਨਾਵੈ ਪਤ ਜਾਏ, ਨਾਮ ਤੋਂ ਬਿਨਾਂ ਉਹਨਾਂ ਦੀ ਪਤ ਇੱਜ਼ਤ ਬਰਬਾਦ ਹੋ ਜਾਂਦੀ ਹੈ।
ਅਥਵਾ ਜਿਹੜੇ ਖੋਟੇ ਪੁਰਸ਼ ਨੇ, ਜਿਹੜੇ ਦਿਲ ਦੇ ਖੋਟੇ ਨੇ, ਉਹਨਾਂ ਨੂੰ ਮਾਤਾ ਦੇ ਗਰਭ ਦੇ ਵਿੱਚ ਪੁੱਠਾ ਲਟਕਾ ਕੇ ਤੇ ਉਸ ਮਾਤਾ ਦੇ ਗਰਭ ਦੇ ਵਿੱਚ ਗੰਦਗੀ ਦੇ ਵਿੱਚ ਰੋਲਿਆ ਜਾਂਦਾ ਹੈ। ਬਿਨਾਂ ਨਾਮ ਤੋਂ ਉਹਨਾਂ ਦੀ ਪਤ ਇੱਜ਼ਤ ਚਲੀ ਜਾਂਦੀ ਹੈ। ਜਾ ਤੂੰ ਮਿਲ ਹੈ ਤਾ ਮਿਲ ਰਹਾ, ਜਾਂ ਤੇਰੀ ਹੋਏ ਰਜਾਏ। ਹੇ ਵਾਹਿਗੁਰੂ ਜੀ, ਜੇ ਤੂੰ ਸਾਨੂੰ ਆਪਣੇ ਨਾਲ ਮਿਲਣਾ ਚਾਹੇ ਤਾਂ ਅਸੀਂ ਤੇਰੇ ਨਾਲ ਮਿਲ ਕੇ ਰਹਿ ਸਕਦੇ ਹਾਂ। ਤੂੰ ਕਦੋਂ ਮਿਲਦਾ ਹੈ? ਜਾਂ ਤੇਰੀ ਹੋਏ ਰਜਾਏ, ਜਦੋਂ ਤੇਰੀ ਰਜ਼ਾ ਹੋਵੇ, ਜਦੋਂ ਤੇਰੀ ਮਰਜ਼ੀ ਹੋਵੇ, ਜਦੋਂ ਤੂੰ ਚਾਹੇ ਫਿਰ ਤੂੰ ਆਪਣੇ ਨਾਲ ਮਿਲ ਸਕਦਾ ਹੈ। ਜਾਤ ਜਨਮ ਨਹਿ ਪੂਛੀਐ, ਸੱਚ ਕਰ ਲਿਹੋ ਬਤਾਏ। ਲਓ ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜਦੋਂ ਆਪਾਂ ਕਿਸੇ ਰੱਬ ਦੇ ਬੰਦੇ ਕੋਲ ਜਾਣਾ ਹੋਵੇ, ਕਿਸੇ ਸੰਤ ਮਹਾਂਪੁਰਖ ਦੇ ਕੋਲ ਜਾਣਾ ਹੋਵੇ, ਉਹਦੀ ਜਾਤ ਬਰਾਦਰੀ ਤੇ ਉਹਦੇ ਜਨਮ ਦੀ ਗੱਲ ਨਹੀਂ ਪੁੱਛਣੀ ਚਾਹੀਦੀ। ਤੁਹਾਡੀ ਬਰਾਦਰੀ ਕੀ ਹੈ, ਤੁਹਾਡਾ ਜਨਮ ਕਿੱਥੇ ਹੋਇਆ ਹੈ, ਤੁਹਾਡਾ ਨਗਰ ਕਿਹੜਾ ਹੈ, ਤੁਹਾਡੀ ਡੇਟ ਆਫ ਬਰਥ ਕਿਹੜੀ ਹੈ, ਇਹੋ ਜਿਹੀਆਂ ਗੱਲਾਂ ਨਾ ਪੁੱਛੋ ਕਦੀ ਵੀ। ਸੱਚ ਕਰ ਲਿਓ ਬਤਾਏ, ਉਹ ਰੱਬ ਦੇ ਬੰਦਿਆਂ ਕੋਲੋਂ ਜਾ ਕੇ ਸੱਚੇ ਘਰ ਦੀਆਂ ਗੱਲਾਂ ਪੁੱਛੋ। ਰੱਬ ਦੇ ਘਰ ਦੀਆਂ ਗੱਲਾਂ ਪੁੱਛਿਆ ਕਰੋ ਵੀ ਰੱਬ ਦੇ ਘਰ ਕਿਵੇਂ ਜਾਇਆ ਜਾ ਸਕਦਾ, ਰੱਬ ਦੇ ਘਰ ਕਿਵੇਂ ਪ੍ਰਵਾਨ ਹੋਇਆ ਜਾ ਸਕਦਾ। ਇਹ ਗੱਲਾਂ ਮਹਾਂਪੁਰਖਾਂ ਦੇ ਨਾਲ ਪਰਮਾਰਥ ਦੀਆਂ ਸਾਂਝੀਆਂ ਕਰਿਆ ਕਰੋ। ਐਵੇਂ ਦੁਨਿਆਵੀ ਗੱਲਾਂ ਕਰਕੇ ਟਾਈਮ ਨਾ ਖਰਾਬ ਕਰੋ। ਕਿਉਂ? ਜਾਤ ਜਨਮ ਨੇ ਪੁੱਛਿਆ। ਜਦੋਂ ਤੁਸੀਂ ਰੱਬ ਦੇ ਘਰ ਜਾਣਾ ਨਾ, ਉੱਥੇ ਕਿਸੇ ਨੇ ਜਾਤ ਜਨਮ ਨਹੀਂ ਪੁੱਛਣੀ, ਉੱਥੇ ਅਮਲਾਂ 'ਤੇ ਨਿਬੇੜਾ ਹੋਣਾ। ਇਸ ਲਈ ਨਾ ਇੱਥੇ ਜਾਤ ਜਨਮ ਦੀ ਗੱਲ ਕਰੋ ਅਤੇ ਨਾ ਹੀ ਰੱਬ ਦੀ ਦਰਗਾਹ ਵਿੱਚ ਇਹ ਗੱਲ ਚੱਲਣੀ ਹੈ। ਸੱਚੇ ਘਰ ਦੀਆਂ ਗੱਲਾਂ ਕਰੋ, ਰੱਬ ਦੇ ਘਰ ਦੀਆਂ ਗੱਲਾਂ ਕਰਿਆ ਕਰੋ। ਮਹਾਂਪੁਰਖਾਂ ਦੇ ਕੋਲੋਂ ਜਾ ਕੇ ਪਰਮਾਰਥ ਦੀਆਂ ਵਿਚਾਰਾਂ ਸੁਣਿਆ ਕਰੋ ਅਤੇ ਉਹਦਾ ਤੁਹਾਨੂੰ ਜੀਵਨ ਵਿੱਚ ਲਾਭ ਮਿਲੇਗਾ। ਸਾ ਜਾਤ ਸਾ ਪਤ ਹੈ, ਜਿਹੇ ਕਰਮ ਕਮਾਏ। ਲੋ ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜੇ ਤੁਸੀਂ ਜਾਤ ਪਾਤ ਦੀ ਗੱਲ ਕਰਨੀ ਹੀ ਹੈ ਅਤੇ ਗੁਰਮਤਿ ਦਾ ਸਿਧਾਂਤ ਇਹ ਹੈ, ਸਾ ਜਾਤ ਸਾ ਪਤ ਹੈ। ਉਹੀ ਮਨੁੱਖ ਦੀ ਜਾਤੀ ਬਣ ਜਾਂਦੀ ਹੈ, ਉਹੀ ਪਾਤ ਸ਼੍ਰੇਣੀ ਬਣ ਜਾਂਦੀ ਹੈ। ਜਿਹੇ ਕਰਮ ਕਮਾਏ, ਜਿਹੋ ਜਿਹੇ ਕਰਮ ਕਰੇਗਾ। ਇਹਦਾ ਮਤਲਬ ਇਹ ਹੈ, ਜਾਤ ਪਾਤ ਦਾ ਸੰਬੰਧ ਜਨਮ ਦੇ ਨਾਲ ਨਹੀਂ, ਕਰਮ ਦੇ ਨਾਲ ਹੈ। ਜਨਮ ਤੋਂ ਤਾਂ ਸਾਰੇ ਮਨੁੱਖ ਇੱਕੋ ਜਿਹੇ ਨੇ, ਇੱਕੋ ਤਰੀਕੇ ਨਾਲ ਸੰਸਾਰ ਵਿੱਚ ਆਉਂਦੇ ਨੇ, ਪਰ ਜਿਹੋ ਜਿਹੇ ਮਨੁੱਖ ਇੱਥੇ ਆ ਕੇ ਕਰਮ ਕਰਦਾ ਹੈ, ਉਹਦੇ ਨਾਲ ਉਹਦੀ ਜਾਤ ਬਣਦੀ। ਜਿਵੇਂ ਆਪਾਂ ਦੁਨਿਆਵੀ ਤੌਰ 'ਤੇ ਵੀ ਸੋਚਦੇ ਹਾਂ ਵੀ ਜਿਹੜਾ ਲੋਹੇ ਦਾ ਕੰਮ ਕਰੇ ਉਹਨੂੰ ਆਪਾਂ ਕੀ ਕਹਿੰਦੇ ਹਾਂ? ਲੋਹਾਰ। ਲੋਹਾਰ ਜਾਤੀ ਹੋ ਗਈ ਨਾ। ਹੁਣ ਜਿਹੜੇ ਜ਼ਿਮੀਂਦਾਰੇ ਦਾ ਕੰਮ ਕਰਦੇ ਨੇ, ਖੇਤੀਬਾੜੀ ਦਾ ਕੰਮ ਕਰਦੇ ਨੇ, ਆਪਾਂ ਉਹਨਾਂ ਨੂੰ ਕੀ ਕਹਿੰਦੇ ਹਾਂ? ਜ਼ਿਮੀਂਦਾਰ। ਜੱਟ ਵੀ ਕਹਿ ਦਿੰਦੇ, ਕੰਮ ਦੇ ਨਾਲ ਹੀ ਬਣੇ ਆ ਨਾ। ਸੁਨਿਆਰ ਸੋਨੇ ਦਾ ਕੰਮ ਕਰਦਾ, ਉਹਨੂੰ ਸੁਨਿਆਰ ਕਹਿ ਦਿੰਦੇ ਆ। ਇਹ ਜਾਤ ਪਾਤ ਦਾ ਸੰਬੰਧ ਜਨਮ ਦੇ ਨਾਲ ਨਹੀਂ ਜੋੜਨਾ ਚਾਹੀਦਾ, ਕਰਮ ਦੇ ਨਾਲ ਇਹਦਾ ਸੰਬੰਧ ਹੈ। ਕਰਮ ਤੁਸੀਂ ਚੰਗੇ ਕਰੋਗੇ, ਬ੍ਰਾਹਮਣ ਵੀ ਬਣ ਸਕਦੇ ਹੋ, ਖੱਤਰੀ ਵੀ ਬਣ ਸਕਦੇ ਹੋ, ਵੈਸ਼ ਵੀ ਬਣ ਸਕਦੇ ਹੋ। ਜੇ ਨੀਚ ਕਰਮ ਕਰੋਗੇ ਫਿਰ ਸ਼ੂਦਰ ਅਖਵਾਓਗੇ। ਇਸ ਲਈ ਕਰਮਾਂ ਦੇ ਨਾਲ ਹੀ ਜਾਤ ਪਾਤ ਦਾ ਸੰਬੰਧ ਮੰਨਣਾ ਚਾਹੀਦਾ ਹੈ। ਜਨਮ ਮਰਨ ਦੁਖ ਕਾਟੀਐ, ਨਾਨਕ ਛੂਟ ਸੁਨਾਏ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜਨਮ ਮਰਨ ਦਾ ਦੁੱਖ ਕੱਟਿਆ ਜਾ ਸਕਦਾ ਹੈ। ਕਿਵੇਂ? ਨਾਮ ਦੇ ਨਾਲ ਜੁੜ ਕੇ। ਨਾਨਕ ਛੂਟ ਸੁਨਾਏ। ਹਜ਼ੂਰ ਕਹਿੰਦੇ ਨਾਮ ਦੇ ਨਾਲ ਜੁੜ ਕੇ ਭਾਈ ਛੁੱਟਿਆ ਜਾਣਾ। ਜਨਮ ਮਰਨ ਦਾ ਦੁੱਖ ਵੀ ਨਾਮ ਦੇ ਨਾਲ ਕੱਟਿਆ ਜਾਣਾ ਹੈ। ਕਰਮਾਂ ਦੇ ਨਾਲ ਉੱਚੀ ਨੀਵੀਂ ਜਾਤ ਬਣ ਸਕਦੀ ਹੈ, ਪਰ ਜਨਮ ਮਰਨ ਤੋਂ ਛੁਟਕਾਰਾ ਨਾਮ ਦੇ ਨਾਲ ਹੋਣਾ ਹੈ। ਇਸ ਲਈ ਭਾਈ ਨਾਮ ਜਪੋ ਅਤੇ ਨਾਮ ਸਾਰਿਆਂ ਦੀ ਕਲਿਆਣ ਕਰ ਦਿੰਦਾ। ਚਾਹੇ ਕੋਈ ਉੱਚਾ ਹੋਵੇ ਨੀਵਾਂ ਹੋਵੇ, ਜਾਤ ਕਰਕੇ ਕਰਮ ਕਰਕੇ ਵੀ ਕੋਈ ਉੱਚਾ ਨੀਵਾਂ ਹੋਵੇ, ਨਾਮ ਨਾਲ ਜੁੜ ਕੇ ਉਹਦਾ ਜਨਮ ਮਰਨ ਕੱਟਿਆ ਜਾਂਦਾ ਹੈ ਅਤੇ ਉਹਦਾ ਛੁਟਕਾਰਾ ਹੋ ਜਾਂਦਾ ਹੈ। ਪ੍ਰਭਾਤੀ ਮਹੱਲਾ ਪਹਿਲਾ, ਜਾਗਤ ਬਿਗਸੈ ਮੂਠੋ ਅੰਧਾ। ਲਓ ਹੁਣ ਗਰੀਬ ਨਿਵਾਜ ਸਤਿਗੁਰੂ ਜੀ
ਫਿਰ ਮਨਮੁਖਾਂ ਤੇ ਗੁਰਮੁਖਾਂ ਦੀ ਵਿਵੇਚਨਾ ਕਰਦੇ ਨੇ। ਰਹਾਉ ਦੀਆਂ ਪੰਕਤੀਆਂ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਨੇ। ਜਾਗਸ ਜੀਵਨ ਜਾਗਣਹਾਰਾ, ਸੁਖ ਸਾਗਰ ਅੰਮ੍ਰਿਤ ਭੰਡਾਰਾ। ਰਹਾਉ ਜਾਗਸ ਜੀਵਨ ਜਾਗਣਹਾਰਾ, ਉਹ ਵਾਹਿਗੁਰੂ ਜੀਵਨ ਸਰੂਪ ਹੈ ਤੇ ਜਾਗਣ ਵਾਲਾ ਹੈ। ਉਹ ਵਾਹਿਗੁਰੂ ਕਦੀ ਸੌਂਦਾ ਨਹੀਂ। ਜਾਗਸ ਜੀਵਨ ਜਾਗਣਹਾਰਾ, ਉਹ ਵਾਹਿਗੁਰੂ ਜਾਗਣ ਵਾਲਾ ਤੇ ਜੀਵਨ ਸਰੂਪ ਹੈ, ਉਹ ਹੀ ਜਾਗਦਾ ਹੈ। ਬਾਕੀ ਸਾਰੀ ਦੁਨੀਆ ਸੁੱਤੀ ਪਈ ਹੈ। ਸੁਤੜੇ ਅਸੰਖ ਮਾਇਆ ਝੂਠੀ ਕਾਰਨੇ, ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਨੇ। ਜਿਹੜੇ ਮਾਇਆ ਦੇ ਮੋਹ ਦੇ ਵਿੱਚ ਗ੍ਰਸੇ ਹੋਏ ਨੇ ਉਹ ਸਾਰੇ ਸੁੱਤੇ ਪਏ ਨੇ। ਤੀਹ ਗੁਣੀ ਸੰਸਾਰ ਪਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਸਿਰਫ ਵਾਹਿਗੁਰੂ ਜੀਵਨ ਸਰੂਪ ਤੇ ਜਾਗਣ ਵਾਲਾ ਉਹੀ ਜਾਗ ਰਿਹਾ ਹੈ। ਜਿਹੜੇ ਉਹਦੇ ਨਾਲ ਜੁੜਦੇ ਨੇ ਉਹ ਰੱਬ ਦੇ ਪਿਆਰੇ ਵੀ ਜਾਗ ਪੈਂਦੇ ਨੇ। ਜਾਗਣਾ ਜਾਗਣ ਨੀਕਾ, ਹਰ ਕੀਰਤਨ ਮੈਂ ਜਾਗਣਾ। ਸੁਖ ਸਾਗਰ ਅੰਮ੍ਰਿਤ ਭੰਡਾਰਾ, ਉਹ ਵਾਹਿਗੁਰੂ ਸੁੱਖਾਂ ਦਾ ਸਮੁੰਦਰ ਹੈ ਤੇ ਅੰਮ੍ਰਿਤ ਦੇ ਭੰਡਾਰੇ ਉਹਦੇ ਭਰੇ ਹੋਏ ਨੇ। ਜਿਹੜਾ ਉਸ ਦੀ ਸ਼ਰਨ ਲੈਂਦਾ ਹੈ ਤੇ ਵਾਹਿਗੁਰੂ ਉਹਨਾਂ ਨੂੰ ਸੁੱਖ ਵੀ ਦਿੰਦਾ ਹੈ ਤੇ ਨਾਮ ਅੰਮ੍ਰਿਤ ਦੇ ਭੰਡਾਰੇ ਵੀ ਬਖਸ਼ਿਸ਼ ਕਰ ਦਿੰਦਾ ਹੈ। ਹੁਣ ਆਰੰਭ ਤੋਂ ਗਰੀਬਨ ਵਾਲ ਸਤਿਗੁਰੂ ਜੀ ਮਨਮੁਖ ਦੀ ਹਾਲਤ ਬਿਆਨ ਕਰਦੇ ਹਨ। ਜਾਗਤ ਬਿਗਸੈ ਮੂਠੋ ਅੰਧਾ, ਜਿਹੜਾ ਮਨਮੁਖ ਬੰਦਾ ਹੈ ਮਾਨਸਿਕ ਤੌਰ 'ਤੇ ਅੰਨਾ ਹੈ। ਸਤਿਗੁਰੂ ਦੇ ਬਚਨ ਆਉਂਦੇ ਨੇ, ਅੰਧੇ ਇਹ ਨਾ ਆਖੀਆਂ ਨ ਜਨ ਮੁਖ ਲੋਇਣ ਨਾਹੇ, ਅੰਧੇ ਸਈ ਨਾਨਕਾ ਜੇ ਖਸਮਾ ਹੋ ਕੁੱਥੇ ਜਾਹੇ। ਜਿਨ੍ਹਾਂ ਨੂੰ ਸੰਸਾਰ ਦਿਸਦਾ ਪਰ ਨਿਰੰਕਾਰ ਨਹੀਂ ਦਿਸਦਾ ਉਹ ਅੰਨੇ ਨੇ। ਜਿਨ੍ਹਾਂ ਨੂੰ ਸਰੀਰ ਦਿਸਦਾ ਆਤਮਾ ਦਿਖਾਈ ਨਹੀਂ ਦਿੰਦੀ ਉਹ ਅੰਨੇ ਨੇ। ਇਸੇ ਲਈ ਗਰੀਬਨ ਵਾਲ ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਮਨਮੁਖ ਆਦਮੀ ਮਾਨਸਿਕ ਤੌਰ 'ਤੇ ਅੰਨਾ ਹੈ। ਜਾਗਤ ਮੁੱਠੋ, ਆਪਣੇ ਆਪ ਨੂੰ ਜਾਗਦਾ ਹੋਇਆ ਸਮਝਦਾ ਹੈ ਪਰ ਇਹ ਲੁੱਟਿਆ ਜਾ ਰਿਹਾ ਹੈ। ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ, ਇਹ ਪੰਜ ਠੱਗ ਇਸ ਨੂੰ ਲੁੱਟੀ ਜਾ ਰਹੇ ਨੇ। ਇਹਦਾ ਸ਼ੁਭ ਗੁਣਾਂ ਦਾ ਸਰਮਾਇਆ, ਭਗਤੀ ਦਾ ਸਰਮਾਇਆ ਲੁੱਟੀ ਜਾ ਰਹੇ ਨੇ। ਬਿਗਸੈ ਪਰ ਇਹ ਮੂਰਖ ਹੱਸਦਾ। ਜਿਵੇਂ ਕਿਸੇ ਦੇ ਘਰੇ ਚੋਰੀ ਹੋ ਜਾਵੇ ਤੇ ਉਸ ਵੇਲੇ ਲੋਕ ਤਾਂ ਉਹਦਾ ਅਫਸੋਸ ਕਰਨ ਵਾਸਤੇ ਆਉਂਦੇ ਨੇ, ਪਰ ਜਿਹੜਾ ਮੂਰਖ ਬੰਦਾ ਹੁੰਦਾ ਉਹ ਹੱਸਣ ਲੱਗ ਜਾਵੇ ਵੀ ਤਾਂ ਕੀ ਹੋਇਆ, ਚੋਰੀ ਹੋ ਗਈ ਤਾਂ ਹੋ ਗਈ। ਇਹ ਮੂਰਖਾਂ ਦਾ ਕੰਮ ਹੁੰਦਾ। ਹਜੂਰ ਕਹਿੰਦੇ ਮਨਮੁਖ ਆਦਮੀ ਮਾਨਸਿਕ ਤੌਰ 'ਤੇ ਅੰਨਾ ਹੁੰਦਾ ਹੈ। ਉਹ ਆਪਣੇ ਆਪ ਨੂੰ ਸਮਝਦਾ ਮੈਂ ਜਾਗਦਾ ਹਾਂ, ਮੈਂ ਪੜ੍ਹਿਆ ਲਿਖਿਆ ਹਾਂ, ਮੈਂ ਵਿਦਵਾਨ ਹਾਂ, ਪਰ ਵਿਕਾਰਾਂ ਕਰਕੇ ਠੱਗਾਂ ਕਰਕੇ ਲੁੱਟਿਆ ਜਾ ਰਿਹਾ ਹੈ। ਫਿਰ ਵੀ ਉਹ ਖੁਸ਼ ਹੁੰਦਾ ਹੈ। ਗਲ ਫਾਹੀ ਸਿਰ ਮਾਰੇ ਧੰਦਾ, ਉਹਦੇ ਗਲ ਦੇ ਵਿੱਚ ਮੋਹ ਮਾਇਆ ਦੀ ਫਾਹੀ ਪਈ ਹੁੰਦੀ ਹੈ, ਵਿਸ਼ੇ ਵਾਸ਼ਨਾ ਦੀ ਫਾਹੀ ਪਈ ਹੁੰਦੀ ਹੈ। ਸਿਰ ਮਾਰੇ ਧੰਦਾ, ਧੰਦਿਆਂ ਵਿੱਚ ਸਿਰ ਮਾਰਦਾ, ਧੰਦਿਆਂ ਵਿੱਚ ਟੱਕਰਾਂ ਮਾਰਦਾ ਰਹਿੰਦਾ। ਇਹ ਮਨਮੁਖ ਦੀ ਹਾਲਤ ਹੈ। ਤੇ ਪ੍ਰੋਫੈਸਰ ਸਾਹਿਬ ਸਿੰਘ ਨੇ ਇਹਦਾ ਅਰਥ ਇਹ ਵੀ ਕੀਤਾ, ਗਲ ਫਾਹੀ ਸਿਰ ਮਾਰੇ ਧੰਦਾ, ਉਹਦੇ ਗਲ ਦੇ ਵਿੱਚ ਫਾਹੀ ਪਈ ਹੁੰਦੀ ਹੈ ਮਾਇਆ ਦੇ ਮੋਹ ਦੀ। ਸਿਰ ਮਾਰੇ ਧੰਦਾ, ਸਿਰ ਉੱਤੇ ਧੰਦਾ ਚੋਟ ਮਾਰਦਾ, ਭਾਵ ਉਹ ਆਪਣੇ ਜੰਜਾਲਾਂ ਦੇ ਵਿੱਚ ਧੰਦਿਆਂ ਦੇ ਵਿੱਚ ਹਮੇਸ਼ਾ ਲਈ ਉਹ ਫਸਿਆ ਰਹਿੰਦਾ ਹੈ ਤੇ ਫਿਕਰਾਂ ਦੇ ਵਿੱਚ ਹੀ ਮਾਰਿਆ ਰਹਿੰਦਾ ਹੈ। ਆਸਾ ਆਵੇ ਮਨਸਾ ਜਾਏ, ਇਹ ਜੀਵ ਆਸਾ ਦਾ ਬੱਧਾ ਸੰਸਾਰ ਵਿੱਚ ਆਉਂਦਾ ਹੈ ਤੇ ਮਨਸਾ ਵਾਸ਼ਨਾ ਦਾ ਬੱਧਾ ਹੋਇਆ ਚਲਿਆ ਜਾਂਦਾ ਹੈ। ਉਰਜੀ ਤਾਣੀ ਕਿਛ ਨਾ ਬਸਾਏ, ਮਨਮੁਖ ਬੰਦੇ ਦੀ ਜੀਵਨ ਦੀ ਤਾਜੀ ਤਾਣੀ ਇੰਨੀ ਉਲਝੀ ਹੋਈ ਹੈ ਧੰਦਿਆਂ ਦੇ ਵਿੱਚ, ਨਸ਼ਿਆਂ ਵਿਸ਼ਿਆਂ ਦੇ ਵਿੱਚ, ਕਿਛ ਨਾ ਬਸਾਏ, ਉਹਦੀ ਕੋਈ ਵਾਹ ਪੇਸ਼ ਨਹੀਂ ਚੱਲਦੀ ਵੀ ਉਹ ਆਪਣੇ ਜੀਵਨ ਦੀ ਤਾਣੀ ਨੂੰ ਸੁਲਝਾ ਸਕੇ। ਉਹ ਇਹਨਾਂ ਆਪਣੇ ਨਸ਼ਿਆਂ ਵਿਸ਼ਿਆਂ ਦੇ ਵਿੱਚ, ਵਿਕਾਰਾਂ ਦੇ ਵਿੱਚ, ਵੈਲਾਂ ਦੇ ਵਿੱਚ, ਬੁਰੇ ਕੰਮਾਂ ਵਿੱਚ ਬੁਰੀ ਤਰ੍ਹਾਂ ਫਸ ਜਾਂਦਾ ਹੈ। ਉਹਦੇ ਜੀਵਨ ਦੀ ਤਾਣੀ ਇੰਨੀ ਉਲਝ ਜਾਂਦੀ ਹੈ, ਫਿਰ ਉਹਦੀ ਕੋਈ ਵਾਹ ਪੇਸ਼ ਨਹੀਂ ਚੱਲਦੀ ਵੀ ਉਹ ਆਪਣੇ ਜੀਵਨ ਦੀ ਤਾਣੀ ਨੂੰ ਸੁਲਝਾ ਸਕੇ।
ਜੀਵਨ ਨੂੰ ਸੁਖੀ ਬਣਾ ਸਕੇ। ਜਾਗਸ ਜੀਵਨ ਜਾਗਣ ਹਾਰਾ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ ਉਹ ਵਾਹਿਗੁਰੂ ਜੀਵਨ ਸਰੂਪ ਹੈ ਤੇ ਜਾਗਣ ਵਾਲਾ ਹਮੇਸ਼ਾ ਲਈ। ਤੇ ਜਾਗਸ ਉਹ ਵਾਹਿਗੁਰੂ ਹਮੇਸ਼ਾ ਲਈ ਆਪ ਜਾਗਦਾ ਹੈ ਤੇ ਭਾਈ ਆਪਣੇ ਪਿਆਰਿਆਂ ਨੂੰ ਵੀ ਉਹ ਸਾਖਸ਼ੀ ਭਾਵ ਦੇ ਵਿੱਚ ਗਿਆਨ ਦੀ ਅਵਸਥਾ ਵਿੱਚ ਜਗਾਉਣ ਵਾਲਾ ਹੈ। ਸੁਖ ਸਾਗਰ ਅੰਮ੍ਰਿਤ ਭੰਡਾਰਾ। ਉਹ ਵਾਹਿਗੁਰੂ ਸੁੱਖਾਂ ਦਾ ਸਮੁੰਦਰ ਹੈ ਤੇ ਅੰਮ੍ਰਿਤ ਦੇ ਭੰਡਾਰ ਉਸਦੇ ਪਾਸ ਭਰੇ ਹੋਏ ਹਨ। ਤੇ ਜਿਹੜੇ ਉਸਦੇ ਸੇਵਕ ਨੇ, ਅਧਿਕਾਰੀ ਨੇ, ਜਗਿਆਸੂ ਨੇ, ਭਾਵਨਾ ਵਾਲੇ ਗੁਰਸਿੱਖ ਮਾਈ ਭਾਈ ਨੇ, ਉਹਨਾਂ ਨੂੰ ਦਾਤਾਂ ਬਖਸ਼ਿਸ਼ ਕਰਦਾ ਹੈ। ਰਹਾਉ ਕਹਿਓ ਨਾ ਬੂਝੈ ਅੰਧ ਨਾ ਸੂਝੈ ਭੋਂਡੀ ਕਾਰ ਕਮਾਈ। ਵਿਸਰਾਮ ਦੇ ਕੇ ਗਰੀਬ ਨਿਵਾਜ ਸਤਿਗੁਰੂ ਜੀ ਫਿਰ ਮਨਮੁਖਾਂ ਤੇ ਗੁਰਮੁਖਾਂ ਦੀ ਵਿਵੇਚਨਾ ਕਰ ਰਹੇ ਨੇ। ਮਨਮੁਖ ਦੀ ਹਾਲਤ ਕੀ ਹੁੰਦੀ ਹੈ? ਕਹਿਓ ਨਾ ਬੂਝੈ। ਜੋ ਕੁਝ ਮਹਾਂਪੁਰਖ ਸਾਨੂੰ ਬਚਨ ਕਹਿੰਦੇ ਨੇ, ਗੁਰਮਤਿ ਦੇ ਬਚਨ, ਸਿੱਖੀ ਦੇ ਬੋਲ ਸਾਨੂੰ ਬੋਲ ਕੇ ਸੁਣਾਉਂਦੇ ਨੇ, ਪਰ ਉਹਨੂੰ ਉਹਦੀ ਸਮਝ ਨਹੀਂ ਆਉਂਦੀ। ਕਿਉਂ? ਅੰਧ, ਉਹ ਮਾਨਸਿਕ ਤੌਰ 'ਤੇ ਅੰਨਾ ਹੈ। ਨਾ ਸੂਝੈ, ਉਹਨੂੰ ਕੁਛ ਸੋਚਦਾ ਹੀ ਨਹੀਂ, ਕੁਛ ਦਿਸਦਾ ਹੀ ਨਹੀਂ। ਮਨਮੁਖ ਆਦਮੀ ਜੋ ਕੁਝ ਮਹਾਂਪੁਰਖ ਕਹਿੰਦੇ ਨੇ ਜਾਂ ਸਤਿਗੁਰੂ ਦੀ ਬਾਣੀ ਸਾਨੂੰ ਸਮਝਾਉਂਦੀ ਹੈ, ਉਹ ਇਸ ਕਹੇ ਹੋਏ ਬਚਨਾਂ ਨੂੰ ਸਮਝਦੇ ਨਹੀਂ ਤੇ ਅੰਨੇ ਹੋਣ ਕਰਕੇ ਉਹਨਾਂ ਨੂੰ ਦਿਸਦਾ ਵੀ ਕੁਝ ਨਹੀਂ। ਭੁੰਡੀ ਕਾਰ ਕਮਾਈ। ਭੁੰਡੀ ਦਾ ਅਰਥ ਹੈ ਭੈੜੀ। ਉਹ ਭੈੜੀ ਕਾਰ ਕਿਰਤ ਕਰਦੇ ਨੇ, ਮਾੜੇ ਕਾਮੀ, ਪਾਪ ਦੇ ਕਾਮੀ ਕਰਦੇ ਰਹਿੰਦੇ ਹਨ। ਆਪੇ ਪ੍ਰੀਤ ਪ੍ਰੇਮ ਪਰਮੇਸ਼ਰ ਕਰਮੀ ਮਿਲੈ ਵਡਾਈ। ਦੂਜੇ ਪਾਸੇ ਗੁਰਮੁਖ ਨੇ ਆਪੇ ਪ੍ਰੀਤ ਪ੍ਰੇਮ ਪਰਮੇਸ਼ਰ, ਪਰਮੇਸ਼ਰ ਉਹਨਾਂ ਨੂੰ ਆਪਣੀ ਪ੍ਰੀਤ ਤੇ ਪ੍ਰੇਮ ਬਖਸ਼ਿਸ਼ ਕਰ ਦਿੰਦਾ। ਬਾਣੀ ਦੀ ਪ੍ਰੀਤ ਤੇ ਨਾਮ ਦਾ ਪ੍ਰੇਮ ਉਹਨਾਂ ਨੂੰ ਬਖਸ਼ਿਸ਼ ਕਰ ਦਿੰਦਾ। ਕਰਮੀ ਮਿਲੈ ਵਡਾਈ। ਭਾਗਾਂ ਦੇ ਨਾਲ ਉਹਨਾਂ ਨੂੰ ਇਹ ਵਡਿਆਈ ਪ੍ਰਾਪਤ ਹੁੰਦੀ ਹੈ। ਅਥਵਾ ਕਰਮੀ ਦਾ ਅਰਥ ਹੈ ਵਾਹਿਗੁਰੂ ਦੀ ਨਜ਼ਰੇ ਕਰਮ ਬਖਸ਼ਿਸ਼ ਦੁਆਰਾ ਉਹਨਾਂ ਨੂੰ ਨਾਮ ਦੀ ਭਗਤੀ ਦੀ ਵਡਿਆਈ ਪ੍ਰਾਪਤ ਹੁੰਦੀ ਹੈ। ਦਿਨ ਦਿਨ ਆਵੈ ਤਿਲ ਤਿਲ ਸੀਜੈ ਮਾਇਆ ਮੋਹ ਘਟਾਈ। ਗਰੀਬ ਨਿਵਾਜ ਸਤਿਗੁਰੂ ਜੀ ਹੁਣ ਮਨਮੁਖ ਦੀ ਦਸ਼ਾ ਬਿਆਨ ਕਰਦੇ ਨੇ। ਦਿਨ ਦਿਨ ਆਵੈ, ਇੱਕ ਇੱਕ ਦਿਨ ਸਾਡੇ ਜੀਵਨ ਦੇ ਵਿੱਚ ਆਉਂਦਾ ਹੈ। ਤਿਲ ਤਿਲ ਛੀਜਾ, ਤੇ ਜਿਹੜੀ ਸਾਡੀ ਉਮਰ ਹੈ ਤਿਲ ਤਿਲ ਕਰਕੇ ਪੂਰਾ ਪੂਰਾ ਕਰਕੇ ਛੀਜਾ ਨਾਸ ਹੁੰਦੀ ਜਾਂਦੀ ਹੈ। ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੁਛ ਰਹਿਣ ਥਰਨਾਹੀ। ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਪ ਕਟੈ ਤਨ ਛੀਜੈ, ਕਾਲ ਅਹੇਰੀ ਫਿਰਹਿ ਬਦਕ ਜਿਉ, ਕਹੋ ਹੋ ਕਵਨ ਵਿਦ ਕੀਜੈ। ਜੋ ਜੋ ਦਿਨ ਆਉਂਦਾ ਹੈ ਉਹ ਤਿਲ ਤਿਲ ਕਰਕੇ ਬੀਤ ਜਾਂਦਾ ਹੈ ਤੇ ਸਾਡਾ ਸਰੀਰ ਕਮਜ਼ੋਰ ਹੋ ਜਾਂਦਾ ਹੈ, ਸਾਡੀ ਉਮਰ ਘਟਦੀ ਜਾਂਦੀ ਹੈ। ਮਾਇਆ ਮੋਹ ਘਟਾਈ। ਪਰ ਘਟਾਈ ਮਨਮੁਖਾਂ ਦੇ ਘਟਾਈ ਹਿਰਦੇ ਵਿੱਚ ਮਾਇਆ ਦਾ ਮੋਹ ਉਸੇ ਤਰ੍ਹਾਂ ਹੀ ਪ੍ਰਬਲ ਰੂਪ ਦੇ ਵਿੱਚ ਖਿੱਚ ਪਾਉਂਦਾ ਰਹਿੰਦਾ। ਉਮਰ ਘਟਦੀ ਜਾਂਦੀ ਹੈ, ਬਿਰਧ ਅਵਸਥਾ ਜ਼ੋਰ ਪਾਉਂਦੀ ਜਾਂਦੀ ਹੈ, ਪਰ ਮਨਮੁਖ ਦੇ ਮਨ ਦੇ ਅੰਦਰ ਮਾਇਆ ਦਾ ਮੋਹ ਵੱਧਦਾ ਰਹਿੰਦਾ। ਮੋਹ ਨਹੀਂ ਘਟਦਾ, ਮਾਇਆ ਦਾ ਮੋਹ ਹੋਰ ਵੱਧਦਾ ਹੈ। ਮਨਮੁਖ ਦੀ ਹਾਲਤ ਹੈ। ਚਾਹੀਦਾ ਤਾਂ ਇਹ ਹੈ, ਜਿਵੇਂ ਇੱਕ ਪ੍ਰਕਿਰਤੀ ਦਾ ਅਸੂਲ ਹੈ, ਜਿਵੇਂ ਕਿਸੇ ਬਿਰਛ ਨੂੰ ਕੋਈ ਫਲ ਲੱਗਦਾ, ਜਿਵੇਂ ਜਿਵੇਂ ਫਲ ਪੱਕਦਾ ਹੈ ਉਹਦੇ ਵਿੱਚ ਰਸ ਭਰਦਾ ਹੈ। ਜਦੋਂ ਫਲ ਕੱਚਾ ਹੁੰਦਾ ਹੈ ਉਹਦੀ ਟਾਹਣੀ ਨਾਲ ਪਕੜ ਬਹੁਤ ਗਹਿਰੀ ਹੁੰਦੀ ਹੈ। ਜਦੋਂ ਫਲ ਰਸ ਨਾਲ ਭਰ ਜਾਂਦਾ ਹੈ ਫਿਰ ਉਹ ਆਪਣੀ ਪਕੜ ਨੂੰ ਘਟਾ ਦਿੰਦਾ। ਫਿਰ ਜਦੋਂ ਫਲ ਐਨ ਰਸ ਦੇ ਨਾਲ ਭਰ ਜਾਂਦਾ ਹੈ ਫਿਰ ਉਹ ਆਪਣੀ ਪਕੜ ਨੂੰ ਛੱਡ ਕੇ ਧਰਤੀ ਉੱਤੇ ਡਿੱਗ ਪੈਂਦਾ, ਆਪਣੇ ਆਪ ਹੀ ਮੋਹ ਤਿਆਗ ਦਿੰਦਾ। ਚਾਹੀਦਾ ਤੇ ਮਨੁੱਖ ਨੂੰ ਵੀ ਇਸੇ ਤਰ੍ਹਾਂ ਹੀ ਹੈ, ਪ੍ਰਕਿਰਤੀ ਤੋਂ ਸਿੱਖਿਆ ਲਵੇ। ਪਰ ਇਹ ਜਿਵੇਂ ਜਿਵੇਂ ਉਮਰ ਵੱਧਦੀ ਹੈ ਤੇ ਮਨਮੁਖ ਦੇ ਮਨ ਦੇ ਵਿੱਚ ਮਾਇਆ ਦਾ ਮੋਹ ਵੱਧਦਾ ਰਹਿੰਦਾ, ਘਟਦਾ ਨਹੀਂ, ਵੱਧਦਾ ਰਹਿੰਦਾ ਹੈ। ਇਹ ਮਨਮੁਖ ਦੀ ਹਾਲਤ ਹੁੰਦੀ ਹੈ। ਬਿਨ ਗੁਰ ਬੂਢੋ ਠੌਰ ਨਾ ਪਾਵੈ, ਜਬ ਲਗ ਦੂਜੀ ਰਾਈ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ ਵੀ ਬਿਨਾਂ ਗੁਰੂ ਤੋਂ ਮਨਮੁਖ ਆਦਮੀ ਨਸ਼ਿਆਂ ਦੇ ਵਿਸ਼ਿਆਂ ਦੇ ਸਮੁੰਦਰ ਵਿੱਚ ਡੁੱਬ ਜਾਂਦਾ ਹੈ। ਠੌਰ ਨਾ ਪਾਵੈ, ਉਹਨੂੰ ਨਾ ਇੱਥੇ ਨਾ ਰੱਬ ਦੀ ਦਰਗਾਹ ਦੇ ਵਿੱਚ
ਕਦੇ ਕੋਈ ਟਿਕਾਣਾ ਨਸੀਬ ਹੁੰਦਾ, ਢੋਈ ਨਹੀਂ ਮਿਲਦੀ। ਕਿਉਂ? ਜਬ ਲਗ ਦੂਜੀ ਰਾਈ, ਜਿੰਨਾ ਚਿਰ ਤੱਕ ਰਾਈ ਭਰਵੀ ਦੂਜੀ ਉਹਦੇ ਮਨ ਦੇ ਅੰਦਰ ਦੁਐਤ ਭਾਵਨਾ ਹੈ, ਦੁਬਦਾ ਹੈ, ਉਹਨਾਂ ਚਿਰ ਤੱਕ ਉਹਨੂੰ ਰੱਬ ਦੀ ਦਰਗਾਹ ਵਿੱਚ ਢੋਈ ਨਹੀਂ ਪ੍ਰਾਪਤ ਹੋ ਸਕਦੀ। ਅਹਨਿਸ ਜੀਆ ਦੇਖ ਸੰਭਾਲੈ, ਸੁਖ ਦੁਖ ਪੁਰਬ ਕਮਾਈ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਅਹਨਿਸ ਜੀਆਂ ਦੇਖ ਸੰਭਾਲੈ। ਉਹ ਵਾਹਿਗੁਰੂ ਪਾਲਣਹਾਰ ਹੈ, ਪਰਵਤਗਾਰ ਹੈ। ਅਹਨਿਸ ਦਾ ਅਰਥ ਹੈ ਦਿਨ ਰਾਤ ਸਾਰੇ ਜੀਵਾਂ ਨੂੰ ਦੇਖ ਕੇ ਸੰਭਾਲੈ, ਸਾਰਿਆਂ ਦੀ ਸੰਭਾਲ ਕਰਦਾ ਹੈ। ਸੁਖ ਦੁਖ ਪੁਰਬ ਕਮਾਈ, ਤੇ ਜੀਵਾਂ ਨੂੰ ਦੁੱਖ ਸੁੱਖ ਵੀ ਉਹੀ ਦਿੰਦਾ। ਦਿੰਦਾ ਕਿਵੇਂ ਆ? ਪੁਰਬ ਕਮਾਈ, ਜਿਵੇਂ ਉਹਨਾਂ ਦੀ ਪਿਛਲੇ ਜਨਮਾਂ ਦੀ ਕਮਾਈ ਕੀਤੀ ਹੁੰਦੀ ਹੈ। ਹੁਕਮ ਲਿਖ ਦੁੱਖ ਸੁੱਖ ਪਾਈਆ ਹੈ। ਕਰਮ ਸਾਡੇ ਨੇ ਤੇ ਕਰਮਾਂ ਦੇ ਉੱਤੇ ਵਾਹਿਗੁਰੂ ਦਾ ਹੁਕਮ ਹੈ। ਉਹਦੇ ਹੁਕਮ ਦੇ ਵਿੱਚ ਜਿਹੜੇ ਅਸੀਂ ਪੂਰਬਲੇ ਕਰਮ ਕੀਤੇ ਨੇ, ਉਹਦੇ ਅਨੁਸਾਰ ਸਾਨੂੰ ਸੁੱਖ ਤੇ ਦੁੱਖ ਪ੍ਰਾਪਤ ਹੁੰਦਾ ਹੈ। ਕਰਮਹੀਨ ਸੱਚ ਭੀਖਿਆ ਮੰਗੈ, ਨਾਨਕ ਮਿਲੈ ਵਡਾਈ। ਗਰੀਬ ਨਿਵਾਜ ਸਤਿਗੁਰੂ ਜੀ ਅੰਤਲੀ ਪੰਕਤੀ ਵਿੱਚ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਮੈਂ ਤੇ ਕਰਮਾਂ ਦਾ ਹੀਣਾ ਹਾਂ, ਕਰਮਾਂ ਦਾ ਮਾਰਿਆ ਹੋਇਆ ਹਾਂ, ਚੰਗੇ ਕਰਮਾਂ ਤੋਂ ਸਖਣਾ ਹਾਂ। ਮੈਂ ਆਪ ਜੀ ਦੇ ਦਰ ਤੋਂ ਸੱਚੇ ਨਾਮ ਦੀ ਭਿਖਿਆ ਮੰਗਦਾ ਹਾਂ। ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਨਾਨਕ ਮਿਲੈ ਵਡਾਈ। ਸੱਚੇ ਪਾਤਸ਼ਾਹ, ਸਾਨੂੰ ਆਪ ਜੀ ਦੇ ਦਰ ਤੋਂ ਇਹ ਨਾਮ ਦੀ ਵਡਿਆਈ ਪ੍ਰਾਪਤ ਹੋਵੇ। ਕਿਉਂ? ਨਾਮ ਦਾ ਮਾਲਕ ਅਕਾਲ ਪੁਰਖ ਹੈ, ਨਾਮ ਦਾ ਦਾਤਾ ਸਤਿਗੁਰੂ ਹੈ। ਹੁਣ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ, ਇਹ ਵਾਹਿਗੁਰੂ, ਮੈਂ ਕਰਮਾਂ ਤੋਂ ਹੀਣਾ, ਮੈਂ ਅਭਾਗਾ, ਮੈਂ ਬਦ ਨਸੀਬ, ਤੇਰੇ ਦਰ ਤੋਂ ਸੱਚੇ ਨਾਮ ਦੀ ਭਿਖਿਆ ਮੰਗਦਾ ਹਾਂ, ਤੇ ਤੂੰ ਕਿਰਪਾ ਕਰ, ਸਾਨੂੰ ਇਹ ਨਾਮ ਦੀ ਵਡਿਆਈ ਬਖਸ਼। ਤੇਰੀ ਕਿਰਪਾ ਦੇ ਨਾਲ ਹੀ ਇਹ ਨਾਮ ਦੀ ਵਡਿਆਈ ਪ੍ਰਾਪਤ ਹੁੰਦੀ ਹੈ। ਇਹ ਹੈ ਪਾਵਨ ਗੁਰਬਾਣੀ ਦੀ ਵਿਚਾਰ ਜੋ ਸੰਗਤਾਂ ਨੇ ਸਰਵਣ ਕੀਤੀ ਹੈ। ਸਤਿਗੁਰੂ ਮਿਹਰ ਕਰਨ ਇਹ ਗੁਰਬਾਣੀ ਦੀ ਵਿਚਾਰ ਸਾਡੇ ਹਿਰਦੇ ਵਿੱਚ ਵਸੇ, ਇਹਦੇ ਨਾਲ ਹੀ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਅਹਨਿਸ ਜੀਆ ਦੇਖ ਸੰਭਾਲੈ, ਸੁਖ ਦੁਖ ਪੁਰਬ ਕਮਾਈ। ਕਰਮਹੀਨ ਸੱਚ ਭੀਖਿਆ ਮੰਗੈ, ਨਾਨਕ ਮਿਲੈ ਵਡਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।